ਸਤਨਾਮ ਸ਼੍ਰੀ ਵਾਹਿਗੁਰੂ ਜੀ। ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਾਹਿਬ ਤੁਠੈ ਪਾਵਾ। ਸਾਸ ਸਾਸ ਨਾਨਕ ਅਰਾਧੇ, ਆਠ ਪਹਿਰ ਗੁਣ ਗਾਵਾ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲਹਿ ਤਬ ਬਿਸਮ ਹੋਏ ਜਾਏ। हम जैसे अपराधी अवर कोई राखै, जैसे हम सतगुर राख लिए छड़ाए। तू गुर पिता तू है गुर माता, तू गुर बंधव मेरा सखा सखाए। जो हमारी विध होती मेरे सतगुरा, सा विध तुम हर जान हो आपे। हम रुलते फिरते कोई बात न पूछता, गुर सतगुर संग कीरे हम थापे। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪੰਜਵਾ। ਰੰਗ ਸੰਗ ਵਿਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਨੀ। ਹਉ ਸੰਚੋ ਹਉ ਖਾਟਤਾ, ਸਗਲੀ ਅਵਦ ਬਿਹਾਨੀ। ਰੰਗ ਸੰਗ ਵਿਖਿਆ ਕੇ ਭੋਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਦਸਾਂ ਸਤਿਗੁਰਾਂ ਦੀ ਆਤਮਿਕ ਜੋਤ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ। ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ, ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ, ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਗੁਰੂ ਕਿਰਪਾ ਸਦਕਾ ਆਰੰਭ ਹੋਈ ਹੈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 241 ਤੱਕ ਹੋਈ ਹੈ। 242 ਅੰਗ ਤੋਂ ਅੱਜ ਅੱਗੋਂ ਵਿਚਾਰ ਆਰੰਭ ਹੋ ਰਹੀ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁਬਾਰਕ ਬਚਨਾਂ ਨੂੰ ਵਿਚਾਰੀਏ ਅਤੇ ਸੁਣੀਏ। ਗੌੜੀ ਮਹੱਲਾ ਪੰਜਵਾ। ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਬਚਨ ਫਰਮਾਉਂਦੇ ਨੇ। ਰੰਗ ਸੰਗ ਵਿਖਿਆ ਕੇ ਭੋਗਾ, ਇਨ ਸੰਗ ਅੰਧ ਨਾ ਜਾਣੇ। ਇਹ ਮਨੁੱਖ ਜੋ ਹੈ, ਇਹ ਵਿਖਿਆ ਜਿਹੜੀ ਮਾਇਆ ਹੈ, ਇਸ ਦੇ ਜਿਹੜੇ ਭੋਗ ਹਨ, ਪਦਾਰਥ ਹਨ, ਇਹਨਾਂ ਦੇ ਰੰਗ ਸੰਗ, ਇਸ ਮਾਇਆ ਦੇ ਸੰਗ ਸਾਥ ਵਿੱਚ ਰੰਗ ਮੌਜਾਂ ਮਾਣਦਾ। ਇਸ ਨੂੰ ਆਨੰਦ ਸਮਝ ਲਿਆ ਇਸਨੇ, ਔਰ ਭੋਗਾਂ ਵਿੱਚ ਗੁਲਤਾਨ ਹੋ ਗਿਆ ਹੈ। ਇਨ ਸੰਗ ਅੰਧ ਨਾ ਜਾਣੀ। ਇਹਨਾਂ ਮਾਇਆ ਦੇ ਭੋਗਾਂ ਦੀ ਸੰਗਤ ਵਿੱਚ ਅੰਧ ਅਗਿਆਨੀ, ਇਹ ਅੰਨਾ ਹੋਇਆ ਨਹੀਂ ਜਾਣਦਾ ਕੁਛ ਵੀ। ਮਤਲਬ ਜੋ ਆਤਮ ਗਿਆਨ ਹੈ ਜਾਂ ਆਪਣੇ ਸਰੀਰ ਦੇ ਅੰਤ ਦਾ ਖਿਆਲ ਹੈ, ਉਸ ਨੂੰ ਇਹ ਭੁੱਲ ਗਿਆ ਹੈ। ਇਹ ਜਾਣਦਾ ਕੁਛ ਨਹੀਂ ਹੈ। ਤੇ ਕਿਆ ਕਰ ਰਿਹਾ? ਹਉ ਸੰਚਉ ਹਉ ਖਾਟਤਾ, ਸਗਲੀ ਅਵਦ ਬਿਹਾਨੀ। ਇਹ ਕਹਿੰਦਾ ਬਈ ਵੇਖੋ, ਮੈਂ ਮਾਇਆ ਇਕੱਠੀ ਕਰ ਰਿਹਾ, ਮੈਂ ਖਟਦਾ ਹਾਂ, ਭਾਵ ਲਾਭ ਖੱਟ ਰਿਹਾ ਹਾਂ। ਮੈਂ ਮਾਇਆ ਦੀ ਖੱਟੀ ਖੱਟ ਰਿਹਾ ਹਾਂ ਅਤੇ ਇਸ ਨੂੰ ਜਮ੍ਹਾਂ ਕਰ ਰਿਹਾ ਹਾਂ, ਮੇਰੇ ਕੰਮ ਆਵੇਗੀ। ਇਸ ਖਿਆਲ 'ਚ ਪਿਆ ਹੋਇਆ। ਸਗਲੀ ਅਵਦ ਬਿਹਾਨੀ। ਇੰਝ ਕਰਦਿਆਂ ਕਰਦਿਆਂ ਇਸਨੇ ਸਾਰੀ ਆਪਣੀ ਅਵਦ ਉਮਰ ਬਿਹਾਨੀ ਗੁਜ਼ਾਰ ਦਿੱਤੀ ਹੈ। ਇਸ ਤਰ੍ਹਾਂ ਕਰਦਿਆਂ ਸਾਰੀ ਉਮਰ ਇਹ ਜੀਵ ਗੁਜ਼ਾਰ ਦਿੰਦਾ ਹੈ। ਆਪਣੀ ਉਮਰ ਦੇ ਅੰਤ ਬਾਰੇ ਜਾਣਦਾ ਹੀ ਨਹੀਂ, ਖਿਆਲ ਹੀ ਵਿਸਾਰ ਦਿੱਤਾ ਹੈ। ਰਹਾਓ ਹਉ ਸੂਰਾ ਪ੍ਰਧਾਨ ਹੋ, ਕੋ ਨਾ ਹੀ ਮੁਝਹਿ ਸਮਾਨੀ। ਅਤੇ ਇੰਨਾ ਹੰਕਾਰ ਇਸ ਦੇ ਅੰਦਰ ਹੈ। ਇਹ ਕਹਿੰਦਾ ਵੀ ਮੈਂ ਬੜਾ ਵੱਡਾ ਸੂਰਮਾ ਹਾਂ, ਮੈਂ ਪ੍ਰਧਾਨ ਹਾਂ, ਮੇਰਾ ਬੜਾ ਨਾਮਣਾ ਹੈ, ਮੈਂ ਮੁਖੀ ਹਾਂ, ਮੈਂ ਚੌਧਰੀ ਹਾਂ, ਆਗੂ ਹਾਂ, ਸਭ ਤੋਂ ਸ਼੍ਰੋਮਣੀ ਹਾਂ, ਪ੍ਰਧਾਨ ਹਾਂ ਸਾਰੀ ਦੁਨੀਆ ਵਿੱਚੋਂ। ਕੋ ਨਾ ਹੀ ਮੁਝਹਿ ਸਮਾਨੀ। ਮੇਰੇ ਸਮਾਨ ਸੁਦਰਸ਼ ਬਰਾਬਰ ਹੋਰ ਕੋਈ ਨਹੀਂ ਹੈ। ਜੋਬਨਵੰਤ ਅਚਾਰ ਕੁਲੀਨਾ, ਮਨ ਮਹਿ ਹੋਏ ਗੁਮਾਨੀ। ਔਰ ਸਮਝਦਾ ਹੈ ਕਿ ਮੈਂ ਬੜਾ ਸੁੰਦਰ ਹਾਂ। ਜੋਬਨਵੰਤ, ਜਵਾਨੀ ਭਰੀ ਹੋਈ ਹੈ ਮੇਰੇ ਸਰੀਰ 'ਤੇ, ਬੜਾ ਸੁੰਦਰ ਸਰੂਪ ਹਾਂ, ਬੜਾ ਜਵਾਨ ਹਾਂ, ਔਰ ਮੈਂ ਬੜੇ ਚੰਗੇ ਕਰਤੱਵ ਕਰਨ ਵਾਲਾ ਹਾਂ।
ਆਚਾਰ ਕਰਤੱਬਾਂ ਦਾ ਨਾਮ। ਕੁਲੀਨਾ ਬੜੀ ਉੱਚੀ ਕੁਲ ਵਾਲਾ ਹਾਂ, ਮੇਰੀ ਕੁਲ ਬੜੀ ਮਹਾਨ ਆ, ਖਾਨਦਾਨ ਬੜਾ ਵੱਡਾ ਸੀ, ਖਾਨਦਾਨੀ ਸਰਦਾਰ ਹੁੰਦੇ। ਮਨ ਮਹਿ ਹੋਏ ਗੁਮਾਨੀ, ਇਸ ਤਰ੍ਹਾਂ ਦੇ ਖਿਆਲਾਂ 'ਚ ਪਿਆ ਹੋਇਆ ਆਪਣੇ ਮਨ ਹੀ ਮਨ ਦੇ ਅੰਦਰ ਗੁਮਾਨੀ ਹੰਕਾਰੀ ਬਣ ਰਿਹਾ ਹੈ। ਜੋ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ। ਟਕਸਾਲ ਦੇ ਅਨੁਸਾਰ ਸੰਪਰਦਾਈ ਜਿਹੜਾ ਪਾਠ ਹੈ ਉਹ ਇੰਝ ਹੀ ਹੈ, ਜੋ ਉਲਝਾਇਓ ਬਾਦ ਬੁੱਧ, ਕਾਮ ਰਤਿਆ ਨਹੀਂ ਬਿਸਰਾਨੀ। ਜਿਸ ਤਰ੍ਹਾਂ ਉਲਝਾਇਆ ਹੋਇਆ ਇਹ ਬਾਦ ਬੁੱਧ ਦਾ, ਬਾਦ ਬੁੱਧ ਜਿਹੜੀ ਹੈ, ਬਾਦ ਬੁੱਧ ਕਰਕੇ ਮਾਰੀ ਹੋਈ ਮੱਤ, ਜਿਹੜੀ ਮੱਤ ਵਿਸ਼ਿਆਂ ਵਿਕਾਰਾਂ ਨੇ ਮਾਰ ਛੱਡੀ ਹੈ, ਇਸ ਮਰੀ ਹੋਈ ਬੁੱਧ ਕਰਕੇ ਉਲਝਾਇਆ ਹੋਇਆ, ਫਸਿਆ ਹੋਇਆ, ਤੇ ਕਾਮਨਾ 'ਚ ਰਤਿਆ ਹੋਇਆ, ਵਿਸ਼ੇ 'ਚ ਰਤਿਆ ਹੋਇਆ, ਕਾਮ ਵਾਸ਼ਨਾ 'ਚ ਇਹ ਰੰਗਿਆ ਹੋਇਆ। ਸੋ ਇਸ ਪ੍ਰਕਾਰ ਕਾਮ ਰਤਿਆ ਨਹੀਂ ਬਿਸਰਾਨੀ, ਇਸ ਨੇ ਜਿਹੜੀ ਮਾਇਆ ਹੈ ਵਸਾਰੀ ਨਹੀਂ ਮਨ ਵਿੱਚੋਂ, ਸੰਸਾਰ ਦੀਆਂ ਕਾਮਨਾ 'ਚ ਰੰਗਿਆ ਹੋਇਆ, ਤੇ ਇਸ ਕਰਕੇ ਇਸ ਨੇ ਮਨ ਵਿੱਚੋਂ ਮਾਇਆ ਭੁਲਾਈ ਨਹੀਂ ਹੈ, ਗਲਤਾਨ ਹੀ ਹੋ ਗਿਆ। ਹੁਣ ਜਿਹੜਾ ਦੂਜੇ ਢੰਗ ਨਾਲ ਪਾਠ ਕਰਦੇ ਨੇ, ਜੋ ਉਲਝਾਇਓ ਬਾਦ ਬੁੱਧ ਕਾ, ਮਰਤਿਆ ਨਹੀਂ ਬਿਸਰਾਨੀ, ਇਹ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਸਰੂਪ ਛਾਪੇ ਗਏ ਨੇ ਉਹਨਾਂ ਵਿੱਚ ਇਸ ਤਰ੍ਹਾਂ ਪਾਠ ਲਿਖਿਆ ਹੋਇਆ। ਅਰਥ ਇੰਝ ਵੀ ਬਣਦਾ ਕਿ ਮਰੀ ਹੋਈ ਬੁੱਧ ਦਾ ਉਲਝਾਇਆ ਹੋਇਆ ਹੈ, ਜਿਵੇਂ ਇਹ ਮਰੀ ਹੋਈ ਬੁੱਧ ਦਾ ਉਲਝਾਇਆ ਹੋਇਆ, ਤੇ ਮਰਤਿਆ ਨਹੀਂ ਬਿਸਰਾਨੀ, ਜਦੋਂ ਮਰਨ ਲੱਗਦਾ ਮੌਤ ਵੇਲੇ ਵੀ ਇਹ ਮਾਇਆ ਨੂੰ ਭੁਲਾਉਂਦਾ ਨਹੀਂ, ਉਦੋਂ ਵੀ ਚਿੱਤ ਦਾ ਮਾਇਆ 'ਚ ਰਹਿੰਦਾ। ਭਾਈ ਮੀਤ ਬੰਧਪ ਸਖੇ, ਪਾਸ਼ੇ ਤਿਨਹੂ ਕੋ ਸੰਪਾਨੀ। ਪਰ ਹਜ਼ੂਰ ਕਹਿੰਦੇ ਅਸਲੀਅਤ ਕੀ ਹੈ? ਜਿਹੜੇ ਸਕੇ ਭਰਾ ਹੋਣ, ਜਾਂ ਮੀਤ ਮਿੱਤਰ ਹੋਣ, ਜਾਂ ਬੰਧਪ ਸੰਬੰਧੀ ਹੋਣ, ਜਿਹੜੇ ਸਖੇ ਸਾਥੀ ਸਾਥ ਨਿਭਾਉਣ ਵਾਲੇ ਦਿਸਦੇ ਨੇ। ਪਾਛੇ ਤਿਨਹੂ ਕੋ ਸੰਪਾਨੀ, ਤੇ ਜਦੋਂ ਇਹ ਮਰਦਾ ਮਨੁੱਖ ਤੇ ਮਰਨ ਪਿੱਛੋਂ ਫਿਰ ਉਹਨਾਂ ਨੂੰ ਸੌਂਪਣਾ ਹੁੰਦੀ ਹੈ ਇਸ ਮਾਇਆ ਦੀ, ਉਹਨਾਂ ਨੂੰ ਸੌਂਪ ਜਾਂਦਾ, ਮਤਲਬ ਆਪ ਹੀ ਸੌਂਪ ਜਾਂਦਾ ਜਦੋਂ ਛੱਡ ਕੇ ਚਲਾ ਜਾਂਦਾ। ਜੇ ਆਪਣੀ ਸੰਤਾਨ ਹੋਵੇ, ਵਿਆਹ ਵਰਿਆ ਹੋਵੇ, ਤੇ ਉਹ ਔਲਾਦ ਧੀਆਂ ਪੁੱਤਰ ਆਦਿਕ ਸਾਂਭ ਲੈਂਦੇ ਨੇ। ਨਾ ਵਿਆਹ ਵਰਿਆ ਹੋਵੇ ਤੇ ਭਾਈ ਭਰਾ ਸਾਂਭਦੇ ਨੇ, ਭਰਾ ਨਾ ਹੋਣ ਤੇ ਫਿਰ ਮਿੱਤਰ ਜਾਂ ਸੰਬੰਧੀ ਹਨ ਉਹਨਾਂ ਦੇ ਹਿੱਸੇ ਆ ਜਾਂਦੀ ਹੈ, ਜਾਂ ਫਿਰ ਜਿਹੜੇ ਸੰਗੀ ਸਾਥੀ ਹਨ ਉਹਨਾਂ ਦੇ ਕਬਜ਼ੇ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਹੋਰਨਾਂ ਨੂੰ ਸੌਂਪ ਕੇ ਚਲਾ ਜਾਂਦਾ, ਆਪ ਤੇ ਨਾਲ ਕੁਛ ਨਹੀਂ ਲੈ ਜਾਂਦਾ। ਫਿਰ ਹਜ਼ੂਰ ਹੁਣ ਕਹਿੰਦੇ ਨੇ, ਜਿਤ ਲਾਗੋ ਮਨ ਬਾਸਨਾ, ਅੰਤ ਸਾਈ ਪ੍ਰਗਟਾਨੀ। ਜਿਸ ਵਾਸ਼ਨਾ ਵਿੱਚ ਮਨ ਲੱਗਾ ਰਿਹਾ ਨਾ ਸਾਰੀ ਜ਼ਿੰਦਗੀ, ਅੰਤ ਨੂੰ ਉਹੀ ਵਾਸ਼ਨਾ ਹਿਰਦੇ 'ਚ ਪ੍ਰਗਟ ਹੁੰਦੀ ਹੈ, ਜ਼ੋਰ ਫੜਦੀ ਹੈ, ਮਤਲਬ ਕਿ ਬਹੁਤ ਜ਼ਿਆਦਾ ਪ੍ਰਬਲ ਹੋ ਕੇ ਮਨ ਵਿੱਚ ਉਹ ਵਾਸ਼ਨਾ ਫੁਰਦੀ ਹੈ ਮਰਨ ਵੇਲੇ, ਤੇ ਉਸ ਵਾਸ਼ਨਾ ਦੇ ਅਨੁਸਾਰ ਹੀ ਫਿਰ ਅਗਲਾ ਜਨਮ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਨੇ ਬਚਨ ਲਿਖਿਆ, ਜੁਗ ਜੁਗ ਮੇਰ ਸਰੀਰ ਕਾ, ਬਾਸ਼ਨਾ ਬੱਧਾ ਆਵੈ ਜਾਵੈ, ਫਿਰ ਫਿਰ ਫੇਰ ਵਟਾਈਐ, ਗਿਆਨੀ ਹੋਏ ਮਰਮ ਕਉ ਪਾਵੈ। ਮੇਰ ਸਰੀਰ ਕਾ, ਇਹ ਜਿਹੜਾ ਸਾਡਾ ਸਰੀਰ ਹੈ, ਇਹਦੇ ਵਿੱਚ ਮੇਰ ਸ਼੍ਰੋਮਣੀ ਕੀ ਹੈ? ਜੀਵ ਆਤਮਾ। ਹਰ ਸਰੀਰ ਦੀ ਹੋਂਦ ਤਾਂ ਹੀ ਹੈ ਜੇ ਵਿੱਚ ਜੀਵ ਆਤਮਾ ਹੈ, ਨਹੀਂ ਤਾਂ ਸਰੀਰ ਮੁਰਦਾ ਹੋ ਜਾਏਗਾ, ਹਰਕਤ ਨਹੀਂ ਕਰ ਸਕੇਗਾ। ਇਹ ਜੋ ਜੀਵ ਆਤਮਾ ਹੈ, ਹਰ ਇੱਕ ਯੁੱਗ ਯੁੱਗ ਦੇ ਅੰਦਰ ਸਰੀਰ ਧਾਰਦਾ, ਵਾਸ਼ਨਾ 'ਚ ਬੱਧਾ ਹੋਇਆ ਆਉਂਦਾ ਜਾਂਦਾ ਹੈ, ਤੇ ਫਿਰ ਵਟਾਈ, ਦੁਬਾਰਾ ਮੁੜ ਮੁੜ ਕੇ ਫੇਰ ਬਦਲ ਹੁੰਦਾ ਦੇਹਾਂ ਦਾ। ਸਰੀਰ ਦੇਹਾਂ ਵਟਾਈਆਂ ਜਾਂਦੀਆਂ ਹਨ, ਬਦਲੀਆਂ ਜਾਂਦੀਆਂ ਹਨ। ਗਿਆਨੀ ਹੋਏ ਮਰਮ ਕੋ ਪਾਵੈ, ਕੋਈ ਗਿਆਨਵਾਨ ਪੁਰਸ਼ ਹੋਵੇ ਜਿਸ ਨੂੰ ਆਤਮਾ ਦਾ ਗਿਆਨ ਹੈ, ਸੋ ਫਿਰ ਉਸ ਨੂੰ ਹੁੰਦਾ ਪਤਾ, ਮਰਮ ਭੇਦ ਪਾ ਲੈਂਦਾ ਉਹ, ਕਿ ਇਹ ਇੱਕ ਸਰੀਰ ਹੀ ਮੇਰਾ ਰੂਪ ਨਹੀਂ, ਮੈਂ ਕਈ ਸਰੀਰ ਧਾਰੇ ਨੇ, ਮੇਰਾ ਸਰੂਪ ਤਾਂ ਆਤਮਾ ਹੈ। ਤੇ ਇਸ ਪ੍ਰਕਾਰ ਫਿਰ ਉਹ ਬੰਦਗੀ ਕਰਦਾ ਹੈ, ਤੇ ਇਸ ਸੰਸਾਰ ਵਿੱਚ ਜਨਮ ਲੈਣ ਤੋਂ, ਜੰਮ ਕੇ ਮਰਨ ਤੋਂ ਜਿਹੜਾ ਆਪਣਾ ਪਿੱਛਾ ਛੁਡਾ ਲੈਂਦਾ। ਜੋ ਅਸੀਂ ਅਗਿਆਨੀ ਜੀਵ ਹਾਂ, ਅਸੀਂ ਸਰੀਰ ਨੂੰ ਹੀ ਆਪਣਾ ਰੂਪ ਮੰਨਿਆ, ਇੱਥੋਂ ਸਰੀਰ ਦਾ ਖਾਤਮਾ ਹੋਇਆ ਤੇ ਹੋਰ ਨਵਾਂ ਧਾਰ ਲਿਆ, ਫਿਰ ਉਹਨੂੰ ਆਪਣਾ ਰੂਪ ਮੰਨ ਲਿਆ। ਇਹੀ ਅਗਿਆਨ ਹੈ। ਤਾਂ ਕਰਕੇ ਵਾਸ਼ਨਾ ਵਿੱਚ ਹੀ ਜੀਵ ਜੰਮਦਾ, ਵਾਸ਼ਨਾ 'ਚ ਹੀ ਮਰਦਾ। ਆਇਓ ਬੰਦਾ ਦੁਨੀ ਵਿੱਚ, ਵੱਤ ਆ ਸੋਣੀ ਬੰਨ, ਫਰੀਦ ਜੀ ਨੇ ਕਿਹਾ। ਬੰਦਾ ਦੁਨੀਆ 'ਚ ਵਾਸ਼ਨਾ ਲੈ ਕੇ ਜੰਮਦਾ, ਤੇ ਫਿਰ ਵੱਤ ਫਿਰ ਚਲਿਆ ਜਾਂਦਾ ਆਸ ਊਣੀ ਬੰਨ੍ਹ ਕੇ ਹਿਰਦੇ ਰੂਪੀ ਪੱਲੇ 'ਚ। ਸੋ ਉਹਦੇ ਅਨੁਸਾਰ ਫਿਰ ਅਗਲਾ ਜਨਮ ਹੁੰਦਾ ਹੈ।
ਜਿਵੇਂ ਭਗਤ ਤਿਰਲੋਚਨ ਜੀ ਦਾ ਉਚਾਰਿਆ ਹੋਇਆ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅੰਦਰ। ਸੋ ਭਗਤ ਤਿਰਲੋਚਨ ਜੀ ਕਹਿੰਦੇ ਨੇ ਕਿ ਅੰਤ ਕਾਲ ਜੋ ਲక్ష్ਮੀ ਸਿਮਰੈ, ਜਿਹੜਾ ਬਹੁਤਾ ਮਾਇਆ ਦਾ ਲਾਲਚੀ ਹੈ ਨਾ, ਕੰਜੂਸ ਆ ਜਾਂ ਮਾਇਆ ਜੋੜਨ ਦੀ ਜਿਹਨੂੰ ਲਲਕ ਜ਼ਿਆਦਾ, ਉਹ ਫਿਰ ਅੰਤ ਵੇਲੇ ਵੀ ਲక్ష్ਮੀ ਮਾਇਆ ਦਾ ਮੋਹ ਹੀ ਫੁਰਦਾ। ਤਾਂ ਭਗਤ ਜੀ ਕਹਿੰਦੇ ਨੇ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੂਨ ਵਲ ਵਲ ਅਵਤਰੈ। ਸੱਪ ਦੀਆਂ ਜੂਨਾਂ 'ਚ ਬਾਰ-ਬਾਰ ਜਨਮ ਲੈਂਦਾ, ਇੱਕ ਵਾਰੀ ਨਹੀਂ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ। ਇਸ ਕਰਕੇ ਇਹ ਸਖੀ ਗੋਬਿੰਦ ਪਰਮੇਸ਼ਰ ਦਾ ਨਾਮ ਨਹੀਂ ਭੁੱਲਣਾ ਚਾਹੀਦਾ, ਤਾਂ ਕਿ ਅੰਤ ਵੇਲੇ ਵੀ ਨਾਮ ਹੀ ਚੇਤੇ ਆਏ। ਹੋਰਨਾਂ ਵਾਸ਼ਨਾ ਫੁਰੇ, ਨਾਮ ਦੀ ਵਾਸ਼ਨਾ ਫੁਰੇ, ਨਾਮ ਸਿਮਰਨ ਹੀ ਚੇਤੇ ਆਵੇ ਤੇ ਫਿਰ ਬੰਦਾ ਮੁਕਤ ਹੁੰਦਾ। ਤੇ ਜਿਹੜਾ ਸਾਰੀ ਉਮਰ ਵਾਸ਼ਨਾ 'ਚ ਕਿਸੇ ਨਾ ਕਿਸੇ ਵਾਸ਼ਨਾ 'ਚ ਲੱਗਾ ਰਿਹਾ, ਕੋਈ ਨਾ ਕੋਈ ਉਹਨਾਂ ਵਾਸ਼ਨਾਵਾਂ ਵਿੱਚੋਂ ਵਾਸ਼ਨਾ ਫੁਰਦੀ ਹੈ, ਉਹਦੇ ਅਨੁਸਾਰ ਅਗਲਾ ਜਨਮ ਫਿਰ ਹੋ ਜਾਂਦਾ। ਇਸ ਤਰ੍ਹਾਂ ਇਹ ਬੰਦਾ ਹੈ, ਮਨ ਹੋ ਰਿਹਾ। ਅਰੀ ਬਾਈ ਗੋਬਿੰਦ ਨਾਮ ਮਤ ਬਿਸਰੈ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵਲ ਵਲ ਅਵਤਰੈ। ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵਲ ਵਲ ਅਵਤਰੈ। ਸੂਰਾਂ ਦੀਆਂ ਜੂਨਾਂ 'ਚ ਬਾਰ-ਬਾਰ ਜਨਮ ਲੈਂਦਾ, ਜਿਹੜਾ ਪੁੱਤਰਾਂ ਧੀਆਂ ਦਾ ਮੋਹ ਕਰਦਾ। ਅੰਤ ਕਾਲ ਜੋ ਮੰਦਰ ਸਿਮਰੈ, ਜੇ ਮਕਾਨ ਸੋਹਣਾ ਬਣਾਇਆ, ਬੜੀ ਮਾਇਆ ਖਰਚ ਕੇ ਮਿਹਨਤ ਕਰਕੇ, ਤੇ ਉਹ ਮਕਾਨ 'ਚ ਸੁਰਤ ਰਹਿ ਜੇ ਮਰਨ ਵੇਲੇ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਬਾਰ-ਬਾਰ ਪ੍ਰੇਤ ਜੂਨਾਂ 'ਚ ਜਾਂਦਾ। ਤੇ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ, ਪੀਤੰਬਰ ਵਾ ਕੇ ਹਿਰਦੈ ਬਸੈ। ਭਗਤ ਜੀ ਕਹਿੰਦੇ ਨੇ ਕਿ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੇ, ਫਿਰ ਉਹ ਅਕਾਲ ਪੁਰਖ ਉਹਦੇ ਮਨ 'ਚ ਵਸਦਾ। ਅੰਤ ਵੇਲੇ ਉਹਨੂੰ ਯਾਦ ਆਉਂਦੀ ਹੈ, ਪ੍ਰਮਾਤਮਾ ਦੀ ਚਿੱਤ ਜੁੜ ਜਾਂਦਾ। ਹੋਰ ਵਾਸ਼ਨਾ ਨਹੀਂ ਗੁਰੂ ਮਹਾਰਾਜ ਫੁਰਨ ਦਿੰਦੇ, ਤੇ ਫਿਰ ਉਹ ਮੁਕਤ ਹੋ ਜਾਂਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਜਿਤ ਲਾਗੋ ਮਨ ਬਾਸਨਾ। ਇਹ ਸਾਡੀ ਮਨੁੱਖਾਂ ਦੀ ਹਾਲਤ ਬਿਆਨ ਕਰ ਰਹੇ ਨੇ, ਅਗਿਆਨੀਆਂ ਦੀ, ਭਈ ਇਹ ਮਾਇਆ ਦੇ ਭੋਗਾਂ 'ਚ ਗਲਤਾਨ ਹੋਇਆ ਅਸਲ ਤੱਤ ਜਿਹੜਾ ਗਿਆਨ ਆ ਉਹ ਭੁੱਲ ਹੀ ਗਿਆ ਇਸ ਨੂੰ। ਤੇ ਜਿਹੋ ਜਿਹੀਆਂ ਵਾਸ਼ਨਾਵਾਂ 'ਚ ਮਨ ਲੱਗਾ ਰਿਹਾ, ਅੰਤ ਵੇਲੇ ਉਹ ਕੋਈ ਵਾਸ਼ਨਾ ਜ਼ੋਰ ਪਾਉਂਦੀ, ਪ੍ਰਬਲ ਹੋ ਕੇ ਪ੍ਰਗਟ ਹੁੰਦੀ ਆ, ਤੇ ਉਹਦੇ ਅਨੁਸਾਰ ਅਗਲਾ ਜਨਮ ਹੁੰਦਾ। ਅਹੰ ਬੁੱਧ ਸੋਚ ਕਰਮ ਕਰ, ਇਹ ਬੰਧਨ ਬੰਧਾਨੀ। ਹੰਗਤਾ ਵਾਲੀ ਬੁੱਧ ਹੈ ਇਸ ਦੇ ਅੰਦਰ, ਹੰਕਾਰ ਵਾਲੀ ਮਤ ਹੋਣ ਕਰਕੇ, ਹੰਕਾਰ ਵਾਲੀ ਮਤ ਧਾਰ ਕੇ ਜਿਹੜੀ ਸਰੀਰਕ ਸੋਚ ਹੈ, ਪਵਿੱਤਰਤਾ, ਜਿਵੇਂ ਤੀਰਥਾਂ 'ਤੇ ਨਹਾਉਣਾ, ਜਾਂ ਰੋਜ਼ ਪੰਡਤ ਲੋਕ ਜਿਵੇਂ ਇਸ਼ਨਾਨ ਅਸੀਂ ਵੀ ਕਰਦੇ ਹਾਂ ਵੈਸੇ, ਪਰ ਮਤਲਬ ਇਹਨੂੰ ਹੀ ਕਰਮ ਧਰਮ ਸਮਝ ਲੈਣਾ। ਕੇਵਲ ਸਰੀਰ ਦੀ ਪੋਚਾ ਪਾਚੀ, ਚੌਂਕਾ ਚੰਗੀ ਤਰ੍ਹਾਂ ਲੇਪਣ ਕਰਕੇ ਫਿਰ ਭੋਜਨ ਤਿਆਰ ਕਰਕੇ ਛਕਣਾ, ਤੇ ਇਸ ਤਰ੍ਹਾਂ ਜਿਹੜੀ ਬਾਹਰੀ ਸੁੱਚ ਪਵਿੱਤਰਤਾ ਸਮਝ ਕੇ ਇਹੋ ਜਿਹੇ ਕਰਮ ਕਰਦਾ, ਤੀਰਥਾਂ ਆਦਿਕਾਂ ਦੇ ਇਸ਼ਨਾਨ ਦੇ, ਇਹ ਬੰਧਨ ਬੰਧਾਨੀ। ਵਾਹਿਗੁਰੂ ਦਾ ਸਿਮਰਨ ਨੂੰ ਇਹਨੇ ਭੁਲਾਇਆ ਹੋਇਆ, ਤੇ ਜਿਹੜੇ ਬੰਧਨ ਹਨ ਇਹਨਾਂ ਬੰਧਨਾਂ ਵਿੱਚ ਹੀ ਵੱਜ ਗਿਆ ਹੈ। ਇਹ ਕਰਮ ਬੰਧਨ ਬਣ ਗਏ ਹਨ, ਕਿਉਂਕਿ ਹੰਕਾਰ ਫੁਰਦਾ ਇਹਨਾਂ ਕਰਮਾਂ ਦਾ, ਦਾਨ ਦਾ, ਤੀਰਥਾਂ ਦੇ ਨਹਾਉਣ ਦਾ। ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਦਇਆਲ ਪੁਰਖ ਕਿਰਪਾ ਕਰੋ, ਨਾਨਕ ਦਾਸ ਦਸਾਨੀ। ਫਿਰ ਮਹਾਰਾਜ ਕੀ ਕਰੀਏ? ਤਾਂ ਹਜ਼ੂਰ ਕਹਿੰਦੇ ਨੇ ਭਾਈ ਸਾਡੀ ਜੇ ਸਿੱਖ ਮੱਤ ਲੈਣੀ ਹੈ ਤਾਂ ਅਸੀਂ ਤਾਂ ਇਹ ਸਿੱਖਿਆ ਦੇਵਾਂਗੇ ਕਿ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰੋ, ਹੇ ਦਇਆ ਦੇ ਸੋਮੇ, ਹੇ ਦਇਆ ਦੇ ਘਰ, ਪੁਰਖ ਪੂਰਨ ਪਰਮਾਤਮਾ ਸਾਡੇ 'ਤੇ ਕਿਰਪਾ ਕਰੋ। ਨਾਨਕ ਦਾਸ ਦਸਾਨੀ, ਤੇਰੇ ਦਾਸਾਂ ਦੇ ਦਾਸ ਬਣ ਜਾਈਏ। ਭਾਵ ਜੋ ਤੇਰੀ ਬੰਦਗੀ ਕਰਨ ਵਾਲੇ, ਸਿਮਰਨ ਵਾਲੇ ਤੁਹਾਡੇ ਸੰਤ ਨੇ ਨਾ, ਉਹਨਾਂ ਦੇ ਦਾਸ ਬਣ ਜਾਈਏ। ਨਿਮਰਤਾ ਧਾਰ ਕੇ ਅਸੀਂ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਤੇਰਾ ਸਿਮਰਨ ਕਰੀਏ। ਅੱਗੇ ਬਚਨ ਲਿਖਿਆ ਹੋਇਆ, ਜੋ ਅੰਕ ਲਿਖ ਕੇ 8, 3, 15 ਅਤੇ 44, ਅਤੇ ਅਗਲੇ ਪਾਸੇ ਬਚਨ ਲਿਖਿਆ ਜੁਮਲਾ। ਜੁਮਲਾ ਦਾ ਅਰਥ ਹੈ ਜੋੜ, ਇਕੱਠ, ਮਿਲਾਪ। ਇਹਨਾਂ ਸਾਰੇ ਸ਼ਬਦਾਂ ਦਾ ਇਕੱਠ ਕਰਕੇ ਹਜ਼ੂਰ ਨੇ ਜੋੜ ਲਿਖ ਦਿੱਤਾ ਹੈ। ਹੁਣ ਇਸ ਤੋਂ ਅੱਗੇ ਫਿਰ ਪਹਿਲੇ ਪਾਤਸ਼ਾਹ ਦੇ ਜੋ ਬਚਨ ਸ਼ੁਰੂ ਹੋ ਰਹੇ ਨੇ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਹ ਬੀਜ ਰੂਪ ਮੰਗਲ ਦਾ ਇੱਕ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜਿਹੜਾ ਆ। ਇੱਕੋ ਇੱਕ ਅਦਵੈਤ ਪਰਮਾਤਮਾ ਓੰਕਾਰ, ਸਭਨਾਂ ਦਾ ਪ੍ਰਕਾਸ਼ਕ, ਜਿਸ ਦਾ ਨਾਮ ਸੱਚਾ ਹੈ, ਸਤ ਹੋਂਦ ਵਾਲਾ ਹੈ, ਨਾਮ ਪ੍ਰਸਿੱਧ ਹੈ।
ਕਰਤਾ ਸਾਰੀ ਸ੍ਰਿਸ਼ਟੀ ਦਾ ਰਚੇਤਾ ਹੈ, ਪੁਰਖ ਪੂਰਨ ਵਿਆਪਕ ਹੈ। ਗੁਰ ਪ੍ਰਸਾਦ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਵਾਹਿਗੁਰੂ ਜੀ ਦਾ ਮਿਲਾਪ ਹੁੰਦਾ। ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਪਹਿਲਾ। ਪਿੱਛੇ ਅਸ਼ਟਪਦੀਆਂ ਹੋਈਆਂ ਪੂਰੀਆਂ, ਅਤੇ ਇੱਥੇ ਹੁਣ ਸਤਿਗੁਰੂ ਮਹਾਰਾਜ ਜੀ ਗੌੜੀ ਰਾਗਣੀ ਦੀ ਪੂਰਬੀ ਜਿਹੜੀ ਵੰਨਗੀ ਹੈ, ਗੌੜੀ ਪੂਰਬੀ ਦੇ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸ਼ੰਤ ਉਚਾਰਨ ਕਰ ਰਹੇ ਨੇ। ਸ਼ੰਤ ਨਾਮ ਜਸ ਦਾ ਹੁੰਦਾ, ਅਤੇ ਸ਼ੰਤ ਇੱਕ ਛੰਦ ਦਾ ਨਾਮ ਹੈ, ਜਿਵੇਂ ਸੋਰਠਾ, ਕਬਿੱਤ, ਦੋਹਰਾ ਆਦਿਕ ਇਹ ਕਾਵਿ ਦਾ ਇੱਕ ਅੰਗ ਹੈ। ਹਜ਼ੂਰ ਬਚਨ ਫਰਮਾਉਂਦੇ ਨੇ, ਮੁੰਦ ਰੈਣ ਦੁਹੇਲੜੀਆ ਜੀਓ ਨੀਂਦ ਨਾ ਆਵੇ। ਮੁੰਦ ਅਰਥ ਹੈ ਨੌਜਵਾਨ ਇਸਤਰੀ ਦਾ, ਕੁਮਾਰ ਅਵਸਥਾ ਵੀ ਇਹਨੂੰ ਕਹਿੰਦੇ ਨੇ, ਅਗਿਆਤ ਜੋਬਨ ਵੀ ਕਹਿੰਦੇ ਨੇ। ਮੁੰਦ ਸੋ ਮਤਲਬ ਹੈ ਕਿ ਨੌਜਵਾਨ ਇਸਤਰੀ ਲੜਕੀ। ਮੁੰਦ ਰੈਣ ਦੁਹੇਲੜੀਆ ਜੀਓ, ਜਿਹੜੀ ਮੁੰਦ ਜਵਾਨ ਇਸਤਰੀ ਹੈ, ਮਤਲਬ ਜੀਵ ਰੂਪ ਇਸਤਰੀ। ਅਤੇ ਜਿਵੇਂ ਜਿਸ ਦਾ ਪਤੀ ਨਾਲ ਮਿਲਾਪ ਨਾ ਹੋਵੇ ਜਾਂ ਪਤੀ ਪ੍ਰਦੇਸ਼ ਚਲਾ ਜਾਏ, ਅਤੇ ਉਹਦੇ ਵਾਸਤੇ ਰਾਤ ਬੜੀ ਦੁਖਦਾਈ ਹੁੰਦੀ ਹੈ, ਅਤੇ ਉਸ ਨੂੰ ਨੀਂਦ ਨਹੀਂ ਆਉਂਦੀ। ਸੋ ਇਸ ਪ੍ਰਕਾਰ ਉਹਦੇ ਵਾਸਤੇ ਨੀਂਦ ਲੈਣੀ ਬੜੀ ਕਠਿਨ ਹੈ। ਇਸੇ ਤਰ੍ਹਾਂ ਜਿਹੜੀ ਜੀਵ ਰੂਪ ਇਸਤਰੀ ਹੈ, ਉਹਦੀ ਉਮਰ ਰੂਪੀ ਜਿਹੜੀ ਰੈਣ ਰਾਤ ਹੈ, ਇਹ ਬੜੀ ਦੁਹੇਲੜੀਆ ਦੁਖਦਾਈ ਹੈ, ਦੁੱਖ ਦੇਣ ਵਾਲੀ ਹੈ, ਅਤੇ ਉਸ ਨੂੰ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਹੈ, ਸਮਾਧੀ ਰੂਪੀ ਨੀਂਦ ਨਹੀਂ ਆਉਂਦੀ ਹੈ, ਜਿਹਦਾ ਪਤੀ ਪ੍ਰਮਾਤਮਾ ਤੋਂ ਵਿਛੋੜਾ ਪਿਆ ਹੈ। ਸਾ ਧਨ ਦੁਬਲੀਆ ਜੀਓ ਪਿਰ ਕੈ ਹਾਵੈ, ਜੋ ਪਿਰ ਪ੍ਰਮਾਤਮਾ ਉਹਦੇ ਵਿਛੋੜੇ ਦੇ ਹਉਕੇ ਕਰਕੇ, ਹਾਵੇ ਅਤੇ ਹਉਕੇ ਮਤਲਬ ਲੰਬੇ ਲੰਬੇ ਸਾਹ ਆਉਣੇ, ਦੁੱਖ ਦੇ ਸਹਿਤ ਜਿਹੜਾ ਸਾਹ ਆਉਣਾ, ਖਿੱਚ ਖਿੱਚ ਕੇ ਸਾਹ ਲੈਣ, ਇਹਨੂੰ ਕਹਿੰਦੇ ਨੇ ਹਾਵਾ ਜਾਂ ਹਉਕਾ। ਸੋ ਪਿਰ ਪਤੀ ਪ੍ਰਮਾਤਮਾ ਦੇ ਵਿਛੋੜੇ ਕਰਕੇ ਜਿਹੜੇ ਹਉਕੇ ਅਤੇ ਹਾਵੇ ਆਉਂਦੇ ਨੇ, ਇਸ ਤਰ੍ਹਾਂ ਦੀ ਹਾਲਤ ਹੈ। ਅਤੇ ਉਹ ਜੀਵ ਰੂਪ ਇਸਤਰੀ ਦੁਬਲੀਆ ਕਮਜ਼ੋਰ ਹੋ ਗਈ ਹੈ ਜੀ। ਧਨ ਥੀ ਦੁਬਲ ਕੰਤ ਹਾਵੈ, ਇਹ ਜਗਿਆਸੂ ਦੀ ਅਵਸਥਾ ਜਿਹਦੇ ਅੰਦਰ ਤੀਬਰ ਤਾਂਘ ਹੈ ਪਰਮੇਸ਼ਰ ਦੇ ਮਿਲਾਪ ਦੀ, ਪਰ ਮਿਲਾਪ ਹੋਇਆ ਨਹੀਂ। ਧਨ ਥੀ ਦੁਬਲ ਕੰਤ ਹਾਵੈ, ਕੰਤ ਪਰਮਾਤਮਾ ਪਤੀ ਦੇ ਵਿਛੋੜੇ ਕਰਕੇ ਜਿਹੜੇ ਹਾਵੇ ਹੋ ਕੇ ਆਉਂਦੇ ਨੇ। ਇਸ ਤਰ੍ਹਾਂ ਜਿਹੜੀ ਜੀਵ ਰੂਪ ਧਨ ਇਸਤਰੀ ਹੈ, ਉਹ ਦੁਬਲੀ ਕਮਜ਼ੋਰ ਹੋ ਚੁੱਕੀ ਹੈ। ਕੇਵ ਨੈਣੀ ਦੇਖੇ, ਅਤੇ ਉਹਦੇ ਅੰਦਰ ਬੜੀ ਤਾਂਘ ਪੈਦਾ ਹੁੰਦੀ ਹੈ, ਪ੍ਰਬਲ ਲੋਚਾ ਅਤੇ ਇੱਛਾ ਪੈਦਾ ਹੋਈ ਹੈ ਵੀ ਕਿਸ ਤਰ੍ਹਾਂ ਉਹ ਪਤੀ ਪਰਮਾਤਮਾ ਨੂੰ ਆਪਣੇ ਨੇਤਰਾਂ ਦੇ ਨਾਲ ਵੇਖੇ, ਮਨ ਬੁੱਧ ਰੂਪੀ ਨੇਤਰਾਂ ਦੇ ਨਾਲ ਤੱਕੇ, ਵਿਰਾਗ ਅਤੇ ਵਿਵੇਕ ਦੇ ਨੇਤਰ ਪ੍ਰਾਪਤ ਹੋਣ ਅਤੇ ਵਾਹਿਗੁਰੂ ਜੀ ਨੂੰ ਉਹ ਵੇਖ ਲਵੇ। ਸਿਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੇ ਨਾ ਲੇਖੇ, ਜਿਹੜੀ ਇਸਤਰੀ ਦਾ ਪਤੀ ਪ੍ਰਦੇਸ਼ ਗਿਆ ਹੋਇਆ ਹੋਵੇ, ਵਿਛੋੜਾ ਪੈ ਗਿਆ ਹੋਵੇ, ਉਹਦੇ ਵਾਸਤੇ ਹਾਰ ਸ਼ਿੰਗਾਰ ਲਾਉਣੇ ਉਹਨੂੰ ਚੰਗੇ ਨਹੀਂ ਲੱਗਦੇ। ਉਹ ਜਿਸ ਤਰ੍ਹਾਂ ਉਸਦੇ ਸ਼ਿੰਗਾਰ ਅਤੇ ਮਿੱਠੇ ਮਿੱਠੇ ਰਸਾਂ ਵਾਲੇ ਭੋਜਨ, ਉਹਨਾਂ ਨੂੰ ਭੋਗਣਾ ਕੁਛ ਵੀ ਉਹਨੂੰ ਚੰਗਾ ਨਹੀਂ ਲੱਗਦਾ। ਸੋ ਇਸੇ ਪ੍ਰਕਾਰ ਜਿਹੜੇ ਸਾਧਨਾ ਰੂਪੀ ਸ਼ਿੰਗਾਰ ਕਰਨੇ ਜਾਂ ਭੇਖ ਬਣਾਉਣਾ ਹੈ, ਅਤੇ ਦੁਨਿਆਵੀ ਜਿਹੜੇ ਰਸ ਕਸ ਨੇ, ਸੋ ਇਸ ਪ੍ਰਕਾਰ ਮਿੱਠੇ ਰਸ ਭੋਜਨਾਂ ਦੇ ਭੋਗ ਭੋਗਣੇ ਸਭ ਝੂਠ, ਸਭ ਕੁਝ ਝੂਠ ਪ੍ਰਤੀਤ ਹੁੰਦਾ, ਕਿਤਾ ਨਾ ਲੇਖੇ, ਕਿਉਂਕਿ ਇਹ ਸਾਰਾ ਕੁਝ ਕਿਸੇ ਲੇਖੇ ਵਿੱਚ ਨਹੀਂ ਲੱਗਦਾ, ਭਾਵ ਉਹਨੂੰ ਪਸੰਦ ਨਹੀਂ ਆਉਂਦਾ, ਉਹਦੇ ਲੇਖੇ ਵਿੱਚ ਇਹ ਕੁਛ ਵੀ ਨਹੀਂ ਹੈ, ਸਭ ਕੁਝ ਵਿਅਰਥ ਹੈ। ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ, ਜਿਹੜੀ ਜੀਵ ਰੂਪ ਇਸਤਰੀ ਨੇ ਜਵਾਨੀ ਜਿਹੜੀ ਆਪਣੀ ਹੈ, ਗਰਭ ਹੰਕਾਰ ਕਰਕੇ ਗਾਲ ਦਿੱਤੀ ਹੈ। ਹੰਕਾਰ ਰੂਪੀ ਜਿਹੜੀ ਸ਼ਰਾਬ ਉਸਨੇ ਪੀਤੀ, ਮੈਂ ਮਤ, ਇੱਥੇ ਮੈਂ ਨਾਮ ਸ਼ਰਾਬ ਦਾ। ਸੋ ਹੰਕਾਰ ਰੂਪੀ ਗਰਭ, ਹੰਕਾਰ ਰੂਪੀ ਮੈਂ ਸ਼ਰਾਬ ਵਿੱਚ ਮਤ ਮਸਤ ਹੋ ਕੇ ਜਿਹਨੇ ਆਪਣੀ ਜੋਬਨ ਜਵਾਨੀ ਗਾਲ ਲਈ, ਵਿਅਰਥ ਗਵਾ ਲਈ, ਦੁੱਧਾ ਥਣੀ ਨਾ ਆਵੇ, ਉਹਦਾ ਕਦੀ ਵੀ ਪਤੀ ਮਿਲਾਪ ਵਾਲਾ ਜਿਹੜਾ ਉਹਨੂੰ ਆਨੰਦ ਆ ਉਹ ਪ੍ਰਾਪਤ ਨਹੀਂ ਹੋ ਸਕਦਾ। ਸੋ ਇਸ ਪ੍ਰਕਾਰ ਦੁੱਧਾ ਥਣੀ ਨਾ ਆਵੇ, ਇੰਝ ਵੀ ਅਰਥ ਕੀਤਾ ਕਿ ਜਿਸ ਤਰ੍ਹਾਂ ਇੱਕ ਵਾਰੀ ਥਣਾ ਦੇ ਵਿੱਚੋਂ ਮੱਝ, ਗਾਂ, ਬੱਕਰੀ ਕਿਸੇ ਦੇ ਵੀ ਥਣਾ ਵਿੱਚੋਂ ਜਦੋਂ ਦੁੱਧ ਚੋ ਲਿਆ ਜਾਂਦਾ ਅਤੇ ਉਸ ਵੇਲੇ ਦੁਬਾਰਾ ਦੁੱਧ ਛੇਤੀ ਨਾਲ ਨਹੀਂ ਆਉਂਦਾ, ਇਸੇ ਪ੍ਰਕਾਰ ਜੋ ਗਰਭ ਵਿੱਚ ਗਲੀ ਹੋਈ ਹੈ ਜਿਹੜੀ ਜੀਵ ਰੂਪ ਇਸਤਰੀ, ਅਤੇ ਨਿਸ਼ਕਾਮ ਕਰਮਾ ਰੂਪੀ ਸ਼ੁਭ ਗੁਣਾ ਰੂਪੀ ਦੁੱਧ, ਸੋ ਉਹਦੇ ਮਨ ਬੁੱਧ ਰੂਪੀ ਥਣਾਂ 'ਚ, ਸੋ ਇਸੇ ਤਰ੍ਹਾਂ ਜਿਹੜਾ ਹਿਰਦਾ ਉਹ ਉਹਨਾਂ ਥਣਾਂ ਦੇ ਵਿੱਚ ਦੁਬਾਰਾ ਇਹ ਸ਼ੁਭ ਗੁਣਾ ਰੂਪੀ ਦੁੱਧ ਛੇਤੀ ਨਾਲ ਨਹੀਂ ਆਉਣ ਲੱਗਾ।
ਸੋ ਇਸ ਪ੍ਰਕਾਰ ਨਿਸ਼ਕਾਮਤਾ ਜਾਂ ਵਾਹਿਗੁਰੂ ਦੇ ਮਿਲਾਪ ਰੂਪੀ ਦੁੱਧ ਥਣਾ 'ਚ ਨਹੀਂ ਆ ਸਕਦਾ। ਨਾਨਕ ਸਾਹ ਧਨ ਮਿਲੈ ਮਿਲਾਈ, ਬਿਨ ਫਿਰ ਨੀਂਦ ਨਾ ਆਵੇ। ਹਜ਼ੂਰ ਹੁਣ ਬਚਨ ਫਰਮਾਉਂਦੇ ਨੇ, ਸ਼ੰਤ ਦਾ ਪਹਿਲਾ ਜਿਹੜਾ ਪਦ ਹੈ ਉਹਨੂੰ ਸੰਪੂਰਨ ਕਰ ਰਹੇ ਨੇ ਸਤਿਗੁਰੂ ਨਾਨਕ ਦੇਵ ਜੀ, ਕਿ ਉਹ ਜੀਵ ਰੂਪ ਇਸਤਰੀ ਮਿਲ ਸਕਦੀ ਹੈ ਵਾਹਿਗੁਰੂ ਨੂੰ ਮਿਲਾਈ ਹੋਈ, ਭਾਵ ਸਤਿਗੁਰਾਂ ਦੀ ਮਿਲਾਈ ਹੋਈ। ਸਤਿਗੁਰਾਂ ਨੇ ਜਿਹਨੂੰ ਮਿਲਾਤਾ ਉਹ ਹੀ ਮਿਲਦੀ ਹੈ। ਬਿਨ ਪਿਰ ਨੀਂਦ ਨਾ ਆਵੇ, ਅਤੇ ਜਿਸ ਦਾ ਪਿਰ ਪਤੀ ਨਾਲ ਮਿਲਾਪ ਹੀ ਨਹੀਂ ਹੋਇਆ ਉਹਨੂੰ ਸਮਾਧੀ ਰੂਪੀ ਨੀਂਦ ਜਾਂ ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਹੈ। ਮੁੰਦ ਨਿਮਾਨੜੀਆ ਜੀਓ ਬਿਨ ਧਨੀ ਪਿਆਰੇ। ਮੁੰਦ ਜੀਵ ਰੂਪ ਇਸਤਰੀ ਨਿਮਾਣੀ ਹੈ। ਇੱਕ ਤਾਂ ਹੁੰਦਾ ਨਾ ਵੀ ਹੰਕਾਰ ਛੱਡਿਆ ਹੋਇਆ, ਨਹੀਂ, ਭਾਵ ਜਿਸ ਦਾ ਮਾਣ ਪਤੀ ਹੈ ਉਹਨੂੰ ਤਾਂ ਮਾਣ ਪਤੀ 'ਤੇ ਹੈ, ਅਤੇ ਪਤੀ ਨਾਲੋਂ ਵਿਛੋੜਾ ਪਿਆ, ਇਸ ਕਰਕੇ ਨਿਮਾਣੀ ਹੈ। ਮੁੰਦ ਨਿਮਾਨੜੀਆ ਜੀਓ ਬਿਨ ਧਨੀ ਪਿਆਰੇ, ਕਿਉਂਕਿ ਧਨੀ ਪਤੀ ਜੋ ਹੈ ਉਸ ਪਿਆਰੇ ਪਤੀ ਤੋਂ ਬਗੈਰ ਜਿਹੜੀ ਜੀਵ ਰੂਪ ਇਸਤਰੀ ਹੈ ਉਹ ਨਿਮਾਣੀ ਹੈ। ਕਿ ਉਹ ਸੁਖ ਪਾਵੇਗੀ ਬਿਨ ਉਰ ਧਾਰੇ, ਆਪਣੇ ਹਿਰਦੇ 'ਚ ਵਸਾਉਣ ਤੋਂ ਬਗੈਰ, ਭਾਵ ਵਾਹਿਗੁਰੂ ਪਰਮਾਤਮਾ ਜਦੋਂ ਤੱਕ ਗਲੇ ਲੱਗ ਕੇ ਨਹੀਂ ਮਿਲਦਾ, ਪਤੀ ਨਹੀਂ ਮਿਲਦਾ, ਤਾਂ ਉਹ ਕਿਸ ਤਰ੍ਹਾਂ ਜੀਵ ਰੂਪ ਇਸਤਰੀ ਸੁਖ ਪਾ ਸਕਦੀ ਹੈ। ਹਿਰਦੇ 'ਚ ਵਸਾਉਣ ਤੋਂ ਬਗੈਰ ਕਿਸ ਤਰ੍ਹਾਂ ਜੀਵ ਰੂਪ ਇਸਤਰੀ ਸੁਖ ਪਾਵੇਗੀ। ਨਾਹ ਬਿਨ ਘਰ ਵਾਸ, ਨਾ ਹੀ ਪੁੱਛੋ ਸਖੀ ਸਹੇਲੀਆ। ਹਜ਼ੂਰ ਕਹਿੰਦੇ ਨਾਹ ਪਤੀ ਜੋ ਪਰਮਾਤਮਾ ਵਾਹਿਗੁਰੂ ਹੈ ਉਸ ਤੋਂ ਬਗੈਰ ਹਿਰਦੇ ਰੂਪੀ ਘਰ ਦੇ ਅੰਦਰ, ਸਰੂਪ ਰੂਪੀ ਘਰ ਵਿੱਚ ਵਾਸਾ ਨਹੀਂ ਹੋ ਸਕਦਾ। ਜਾ ਕੇ ਭਾਵੇਂ ਸਖੀਆਂ ਸਹੇਲੀਆਂ ਨੂੰ ਵੀ ਪੁੱਛ ਕੇ ਵੇਖ ਲਓ, ਜਿਹੜੇ ਬ੍ਰਹਮ ਗਿਆਨੀ ਹਨ, ਮਹਾਤਮਾ, ਰੱਬ ਦੇ ਪਿਆਰੇ, ਜਿਨ੍ਹਾਂ ਮਿਲਾਪ ਹਾਸਲ ਕੀਤਾ ਹੋਇਆ, ਇਸ ਮਾਰਗ ਦੇ ਪਾਂਧੀ ਬਣ ਕੇ ਇਸ ਮਾਰਗ 'ਤੇ ਚੱਲ ਕੇ ਮੰਜ਼ਿਲ 'ਤੇ ਪਹੁੰਚ ਗਏ ਨੇ, ਉਹਨਾਂ ਸਖੀਆਂ ਸਹੇਲੀਆਂ ਦੀ ਨਿਆਈ ਜਿਹੜੇ ਸੰਤ ਲੋਕ ਨੇ, ਸਾਧਕ ਪੁਰਸ਼, ਸਾਧੂ ਜਨ, ਉਹਨਾਂ ਨੂੰ ਜਾ ਕੇ ਪੁੱਛ ਵੇਖੋ। ਬਿਨ ਨਾਮ ਪ੍ਰੀਤ ਪਿਆਰ ਨਾ ਹੀ ਵਸਹਿ ਸਾਚ ਸੁਹੇਲੀਆ। ਵਾਹਿਗੁਰੂ ਜੀ ਦੇ ਨਾਮ ਤੋਂ ਬਗੈਰ, ਨਾਮ ਨਾਲ ਪ੍ਰੀਤ ਕਰਨ ਤੋਂ ਬਗੈਰ ਵਾਹਿਗੁਰੂ ਜੀ ਦੇ ਨਾਲ ਪਿਆਰ ਨਹੀਂ ਪੈਂਦਾ ਹੈ, ਪਿਆਰ ਨਹੀਂ ਉਪਜਦਾ ਹੈ। ਵਸਹਿ ਸਾਚ ਸੁਹੇਲੀਆ, ਜਿਹੜੀਆਂ ਵਸਦੀਆਂ ਹਨ ਸੱਚ ਦੇ ਵਿੱਚ। ਸੱਚ ਕੀ ਹੈ? ਵਾਹਿਗੁਰੂ ਅਤੇ ਵਾਹਿਗੁਰੂ ਜੀ ਦਾ ਨਾਮ। ਸੋ ਇਸ ਪ੍ਰਕਾਰ ਜੋ ਸੱਚ ਸਰੂਪ ਪਰਮਾਤਮਾ ਵਿੱਚ ਹੀ ਵਾਸਾ ਕਰ ਲੈਂਦੀਆਂ ਹਨ ਉਹ ਸੁਹੇਲੀਆ, ਉਹ ਇੱਥੇ ਸੁਹੇਲੀਆ ਦਾ ਅਰਥ ਸੁਖਾਲੀਆਂ ਹਨ, ਸੁਖ ਦੇ ਸਹਿਤ ਹਨ, ਸੁਖੀ ਹੋ ਗਈਆਂ। ਸੱਚ ਮਨ ਸੱਜਣ ਸੰਤੋਖ ਮੇਲਾ, ਗੁਰਮਤੀ ਸਹੁ ਜਾਣਿਆ। ਜਿਨ੍ਹਾਂ ਨੇ ਗੁਰੂ ਦੀ ਮੱਤ ਹਾਸਲ ਕੀਤੀ ਹੈ, ਗੁਰਮਤੀਏ ਬਣੇ ਹਨ, ਉਹਨਾਂ ਗੁਰਮਤੀਆਂ ਨੇ ਸ਼ਹੁ ਪਰਮਾਤਮਾ ਜੋ ਪਤੀ ਉਸ ਨੂੰ ਜਾਣ ਲਿਆ ਹੈ, ਅਤੇ ਉਹਨਾਂ ਦੇ ਮਨ ਵਿੱਚ ਸੱਚ ਵਸਿਆ ਹੋਇਆ, ਸੱਚ ਸਰੂਪ ਪਰਮੇਸ਼ਰ, ਸੱਚਾ ਨਾਮ ਵਸਿਆ ਹੋਇਆ, ਅਤੇ ਵਾਹਿਗੁਰੂ ਦੇ ਵੱਲੋਂ ਬਖਸ਼ੇ ਹੋਏ ਸੰਤੋਖ ਦੁਆਰਾ ਤ੍ਰਿਸ਼ਨਾ ਬੁਝ ਗਈ ਹੈ, ਅਤੇ ਸੰਤੋਖ ਸੰਤੁਸ਼ਟਤਾ ਦੁਆਰਾ ਉਸ ਸੱਜਣ ਅਕਾਲ ਪੁਰਖ ਨਾਲ ਉਹਨਾਂ ਦਾ ਮੇਲਾ ਹੋ ਗਿਆ, ਮਿਲਾਪ ਹੋਇਆ ਹੈ। ਨਾਨਕ ਨਾਮ ਨਾ ਛੋੜੈ ਸਾ ਧਨ, ਨਾਮ ਸਹਿਜ ਸਮਾਣੀਆਂ। ਹਜ਼ੂਰ ਕਹਿੰਦੇ ਨੇ ਜਿਹੜੀਆਂ ਇਹੋ ਜਿਹੀਆਂ ਹਨ ਨਾ, ਜਿਹੜੀ ਵੀ ਇਹੋ ਜਿਹੀ ਹੈ ਜਿਹਦਾ ਸੱਜਣ ਨਾਲ ਪਰਮੇਸ਼ਰ ਨਾਲ ਮਿਲਾਪ ਹੋਇਆ ਉਹ ਵਾਹਿਗੁਰੂ ਦੇ ਨਾਮ ਨੂੰ ਜੀਵ ਰੂਪ ਇਸਤਰੀ ਛੱਡਦੀ ਨਹੀਂ ਹੈ, ਤਿਆਗਦੀ ਨਹੀਂ ਹੈ। ਨਾਮ ਸਹਿਜ ਸਮਾਣੀਆਂ, ਨਾਮ ਦੇ ਪ੍ਰਤਾਪ ਨਾਲ ਸਹਿਜ ਮਾਨਸਿਕ ਅਡੋਲਤਾ ਵਿੱਚ, ਵਾਹਿਗੁਰੂ ਦੇ ਗਿਆਨ ਵਿੱਚ ਹੀ ਉਹ ਸਮਾ ਗਈ ਹੈ। ਮਿਲ ਸਖੀ ਸਹੇਲੜੀ ਉਹ ਹਮ ਪਿਰ ਰਾਵੇਹਾ। ਆਓ ਸਖੀਓ ਸਹੇਲੀਓ ਮਿਲ ਕੇ ਬੈਠੀਏ, ਮਿਲੀਏ, ਅਤੇ ਮਿਲ ਕੇ ਇਹ ਸਖੀਓ ਸਹੇਲੀਓ ਅਸੀਂ ਸਾਰੀਆਂ ਪਿਰ ਪਰਮਾਤਮਾ ਨੂੰ ਮਾਣੀਏ, ਮਤਲਬ ਵਾਹਿਗੁਰੂ ਜੀ ਦਾ ਭਜਨ ਕਰੀਏ। ਇਹੀ ਮੰਨਣਾ ਹੈ, ਪਰਮੇਸ਼ਰ ਦਾ ਪ੍ਰੇਮ ਅੰਦਰ ਪੈਦਾ ਹੋਵੇ, ਭਜਨ ਕਰੀਏ। ਗੁਰ ਪੁੱਛ ਲਿਖਾਂਗੀ ਜੀਓ ਸ਼ਬਦ ਸੁਨੇਹਾ। ਔਰ ਮੇਰੇ ਅੰਦਰ ਇਹ ਖਿਆਲ ਉਪਜਿਆ ਹੈ ਕਿ ਸਤਿਗੁਰੂ ਮਹਾਰਾਜ ਨੂੰ ਪੁੱਛ ਕੇ ਅਤੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਮੈਂ ਵਾਹਿਗੁਰੂ ਪਰਮਾਤਮਾ ਵੱਲ ਨੂੰ ਬੇਨਤੀ ਪੂਰਵਕ ਸੁਨੇਹਾ ਲਿਖਾਂਗੇ। ਸੋ ਇਸ ਪ੍ਰਕਾਰ ਲਿਖ ਕੇ ਸੁਨੇਹਾ ਭੇਜਾਂਗੀ ਕਿ ਵਾਹਿਗੁਰੂ ਜੀ ਬਖਸ਼ਿਸ਼ ਕਰੋ, ਹੁਣ ਤਾਂ ਮਿਲੋ। ਸ਼ਬਦ ਸਾਚਾ ਗੁਰ ਦਿਖਾਇਆ, ਮਨਮੁਖੀ ਪਛਤਾਣੀਆਂ। ਜਿਨ੍ਹਾਂ ਨੂੰ ਪੂਰਾ ਸਤਿਗੁਰੂ ਮਿਲ ਪਿਆ ਹੈ, ਪੂਰੇ ਸਤਿਗੁਰੂ ਜੀ ਨੇ ਸ਼ਬਦ ਬ੍ਰਹਮ ਜੋ ਸੱਚ ਸਰੂਪ ਹੈ ਉਹ ਵਿਖਾ ਦਿੱਤਾ ਹੈ। ਗੁਰਾਂ ਨੇ ਸ਼ਬਦ ਨਾਲ ਜੋੜ ਕੇ ਸੱਚਾ ਬ੍ਰਹਮ ਵਿਖਾ ਦਿੱਤਾ ਹੈ। ਪਰ ਮਨਮੁਖੀ ਪਛਤਾਣੀਆਂ, ਜੋ ਮਨ ਦੇ ਪਿੱਛੇ ਲੱਗਣ ਵਾਲੀਆਂ ਜੀਵ ਇਸਤਰੀਆਂ ਹਨ ਨਾ, ਮਨਮੁਖਤਾਈ ਵਾਲੀਆਂ, ਉਹ ਪਛਤਾਉਂਦੀਆਂ ਹੀ ਰਹਿਣਗੀਆਂ।
ਪਛਤਾਉਂਦੀਆਂ ਰਹਿੰਦੀਆਂ ਹਨ। ਉਹਨਾਂ ਦਾ ਪਛਤਾਵਾ ਨਹੀਂ ਕਦੇ ਮਿਟਦਾ, ਫਿਰ ਉਹਨਾਂ ਦੇ ਪੱਲੇ ਕੁਛ ਨਹੀਂ ਰਹਿੰਦਾ ਜਿਨ੍ਹਾਂ ਸਾਰੀ ਉਮਰ ਮਨਮੁਖਤਾਈ 'ਚ ਹੀ ਕੱਢੀ ਹੈ। ਨਿਕਸ ਜਾਤੋ ਰਹਿ ਅਸਥਿਰ ਜਾਮ ਸੱਚ ਪਛਾਣਿਆ। ਜਦੋਂ ਸੱਚ ਸਰੂਪ ਪਰਮੇਸ਼ਵਰ ਨੂੰ ਪਛਾਣ ਲਿਆ ਨਾ ਗੁਰਾਂ ਦੁਆਰਾ, ਉਦੋਂ ਕੀ ਅਵਸਥਾ ਬਣੀ, ਜਿਹੜਾ ਨਿਕਲ ਕੇ ਬਾਹਰ ਨੂੰ ਜਾਂਦਾ ਸੀ ਮਨ, ਇਹੋ ਮਨ ਭੂਲਾ ਜਾਂਦਾ ਫੇਰੇ, ਸੰਸਾਰ ਵੱਲ ਹੀ ਦੌੜ ਭੱਜ ਕਰਦਾ ਸੀ, ਇਹ ਅਸਥਿਰ ਰਹਿ, ਇਹ ਸਥਿਰ ਹੋ ਜਾਂਦਾ। ਨਿਕਸ ਜਾਤੋ ਰਹਿ ਅਸਥਿਰ, ਉਹਨਾਂ ਦਾ ਫਿਰ ਰਹਿੰਦਾ ਹੈ ਅਸਥਿਰ ਹੋਇਆ, ਟਿਕਿਆ ਹੋਇਆ ਮਨ ਹੋ ਜਾਂਦਾ ਜਦੋਂ ਸੱਚ ਨੂੰ ਪਛਾਣ ਲਿਆ ਜਾਏ। ਸਾਚ ਕੀ ਮਤ ਸਦਾ ਨੌਤਨ ਸ਼ਬਦ ਨੇਹ ਨਵੇਲੋ। ਜੋ ਸੱਚ ਸਰੂਪ ਪਰਮਾਤਮਾ ਦੇ ਭਜਨ ਵਾਲੀ ਮੱਤ ਹੈ ਨਾ, ਸਤਿਗੁਰਾਂ ਦੀ ਦੱਸੀ ਹੋਈ ਸੱਚੀ ਮੱਤ, ਇਹ ਸਦਾ ਨੌਤਨ ਨਵੀਨ ਰੋਈ ਹੈ, ਨਵੀਨ ਰਹਿੰਦੀ ਹੈ ਹਮੇਸ਼ਾ। ਇਹ ਪੁਰਾਤਨ ਨਹੀਂ ਹੁੰਦੀ, ਪੁਰਾਣੀ ਨਹੀਂ ਹੁੰਦੀ ਮੱਤ। ਸੱਚ ਪੁਰਾਣਾ ਹੋਵੇ ਨਾ ਹੀ ਸੀਤਾ ਕਦੇ ਨਾ ਪਾਟੈ। ਸੱਚ ਵਾਲੀ ਮੱਤ ਹਮੇਸ਼ਾ ਨਵੀਨ ਰੋਈ ਹੈ। ਸ਼ਬਦ ਨੇਹ ਨਵੇਲੋ, ਗੁਰੂ ਦੇ ਸ਼ਬਦ ਰਾਹੀਂ ਨਵਾਂ ਨਵੇਲਾ ਹੀ ਨੇਹ ਜਿਹੜਾ ਨਾ ਉਹ ਪ੍ਰਾਪਤ ਹੁੰਦਾ। ਨਿਤ ਨਵੀਨ ਨੇਹ, ਨਿਤ ਨਵਾਂ ਪ੍ਰੇਮ ਵੱਧਦਾ ਵਾਹਿਗੁਰੂ ਪਰਮਾਤਮਾ ਨਾਲ। ਨਾਨਕ ਨਦਰੀ ਸਹਿਜ ਸਾਚਾ ਮਿਲਹੋ ਸਖੀ ਸਹੇਲੀ ਹੋ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਕਿ ਇਹ ਸਖੀਓ ਸਹੇਲੀਓ, ਆਓ ਮਿਲੋ, ਤੁਸੀਂ ਵੀ ਮਿਲੋ। ਸੋ ਨਦਰੀ ਸਹਿਜ ਸਾਚਾ, ਵਾਹਿਗੁਰੂ ਜੋ ਪਰਮਾਤਮਾ ਹੈ ਉਹ ਆਪਣੀ ਜਦੋਂ ਨਦਰ ਕਰਦਾ ਹੈ, ਉਹ ਨਦਰੀ, ਨਦਰ ਦਾ ਮਾਲਕ ਜਦੋਂ ਨਦਰ ਕਰਦਾ ਹੈ, ਮਿਹਰ ਕਰਦਾ, ਕਿਰਪਾ ਦ੍ਰਿਸ਼ਟੀ ਕਰਦਾ ਹੈ, ਤੇ ਸਹਿਜ ਸਾਚਾ, ਸੋ ਉਹ ਸਹਿਜ ਮਾਨਸਿਕ ਅਡੋਲਤਾ ਜਾਂ ਗਿਆਨ ਵਾਲੀ ਅਵਸਥਾ 'ਚ ਪਹੁੰਚ ਕੇ ਉਹ ਸੱਚੇ ਨਾਲ ਮਿਲਾਪ ਹੋ ਜਾਂਦਾ। ਸੋ ਇਸ ਪ੍ਰਕਾਰ ਵਾਹਿਗੁਰੂ ਦੀ ਨਜ਼ਰ ਦੀ ਪਾਤਰ ਬਣ ਕੇ ਤੇ ਸਹਿਜ ਅਵਸਥਾ 'ਚ ਪਹੁੰਚ ਕੇ ਸੱਚੇ ਅਕਾਲ ਪੁਰਖ ਦੇ ਨਾਲ ਮੈਂ ਮਿਲੀ ਹਾਂ। ਤੁਸੀਂ ਵੀ ਸਖੀਓ ਸਹੇਲੀਓ ਮਿਲੋ। ਮੇਰੀ ਇੱਛ ਪੁੰਨੀ ਜੀਓ ਹਮ ਘਰ ਸਾਜਨ ਆਇਆ। ਹੁਣ ਮਿਲਾਪ ਵਾਲੀ ਅਵਸਥਾ ਨੂੰ ਹੋਰ ਬਿਆਨ ਕਰ ਰਹੇ ਨੇ। ਹਜ਼ੂਰ ਫਰਮਾਉਂਦੇ ਨੇ ਕਿ ਹੇ ਸਖੀ ਜੀ, ਮੇਰੀ ਇੱਛਾ ਪੂਰੀ ਹੋ ਗਈ ਹੈ, ਕਿਉਂਕਿ ਬਿਰਮੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ। ਹਮ ਘਰ ਸਾਜਨ ਆਇਆ, ਸਾਡੇ ਘਰ ਹਿਰਦੇ ਅੰਦਰ ਸੱਜਣ ਵਾਹਿਗੁਰੂ ਪਰਮਾਤਮਾ ਆ ਚੁੱਕਾ ਹੈ। ਮਿਲ ਵਰ ਨਾਰੀ ਮੰਗਲ ਗਾਇਆ, ਉਸ ਵਰ ਲਾੜੇ ਪਰਮਾਤਮਾ ਨੂੰ ਮਿਲ ਕੇ ਤੇ ਨਾਰੀਆਂ ਦੀ ਨਿਆਈ, ਇਸਤਰੀਆਂ ਦੀ ਨਿਆਈ ਜਿਹੜੀਆਂ ਇੰਦਰੀਆਂ ਹਨ, ਇਹਨਾਂ ਸਾਰੀਆਂ ਨੇ ਮੰਗਲ ਖੁਸ਼ੀ ਦਾ ਗੀਤ ਗਾਇਆ ਹੈ। ਸੋ ਗੁਣ ਗਾਏ ਮੰਗਲ ਪ੍ਰੇਮ ਰਹਿਸੀ ਮੁੰਦ ਮਨ ਉਮਾ ਹਉ। ਵਾਹਿਗੁਰੂ ਦੇ ਗੁਣ ਗਾਉਂਦੀ ਹੋਈ ਜਿਹੜੀ ਜੀਵ ਰੂਪ ਇਸਤਰੀ ਹੈ, ਸੁਹਾਗਣ ਬਣ ਗਈ ਹੈ, ਉਹਦੇ ਅੰਦਰ ਮੰਗਲ ਖੁਸ਼ੀ ਹੈ ਤੇ ਪ੍ਰੇਮ ਦੇ ਸਹਿਤ ਉਹ ਰਹੱਸੀ, ਰਹੱਸ ਵਾਲੀ, ਆਨੰਦ ਵਾਲੀ ਬਣ ਗਈ ਹੈ। ਉਸ ਮੁੰਦ ਨੌਜਵਾਨ ਇਸਤਰੀ ਭਾਵ ਜਗਿਆਸੂ ਮਹਾਤਮਾ ਜੋ ਮਿਲਾਪ ਨੂੰ ਪ੍ਰਾਪਤ ਹੋ ਗਿਆ, ਉਹਦੇ ਮਨ ਅੰਦਰ ਹਮੇਸ਼ਾ ਫਿਰ ਉਮਾਹ ਹੀ ਰਹਿੰਦਾ ਵਾਹਿਗੁਰੂ ਦੇ ਭਜਨ ਦਾ। ਉਮਾਹ ਉਤਸ਼ਾਹ, ਚਾਉ ਵਾਲੀ ਅਵਸਥਾ ਉਹਦੇ ਪ੍ਰਾਪਤ ਹੋਈ ਹੈ ਮਨ ਦੇ ਅੰਦਰ। ਸਾਜਨ ਰਹੰਸੇ ਦੁਸ਼ਟ ਵਿਆਪੇ। ਜਿਹੜੇ ਸੱਜਣ ਸੀ ਉਹ ਤਾਂ ਆਨੰਦਿਤ ਹੋਏ, ਖੁਸ਼ ਹੋਏ। ਜਿਹੜੇ ਦੁਸ਼ਟ ਸੀ ਉਹ ਬਿਪਤਾ ਨੂੰ ਪ੍ਰਾਪਤ ਹੋਏ, ਦਬਾਏ ਗਏ। ਦੁਸ਼ਟ ਵਿਆਪੇ ਦਾ ਅਰਥ ਹੈ ਇੱਥੇ ਦੱਬ ਜਾਣਾ। ਦਬਾਏ ਗਏ ਹਨ ਦੁਸ਼ਟ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ। ਤੇ ਜਿਹੜੇ ਸੱਜਣ ਮੇਰੇ ਇੰਦਰੇ ਸੀ ਰਹੱਸ ਆਨੰਦੇ ਸਹਿਤ ਹੋਏ। ਸਾਚ ਜਪ ਸੱਚ ਲਾਹੋ। ਸੱਚ ਸਰੂਪ ਪਰਮੇਸ਼ਰ ਨੂੰ ਜਪੀ ਜਾਣਾ, ਇਹੀ ਸੱਚਾ ਲਾਭ ਹੈ। ਸੱਚ ਨੂੰ ਜਪ ਕੇ ਸੱਚ ਦੀ ਪ੍ਰਾਪਤੀ ਕਰਨੀ, ਇਹੀ ਮਨੁੱਖਾ ਜੀਵਨ ਦਾ ਲਾਭ ਪ੍ਰਾਪਤ ਹੋਇਆ। ਕਰ ਜੋੜ ਸਾ ਧਨ ਕਰੈ ਬਿਨਤੀ, ਰਹਿਣ ਦਿਨ ਰਸ ਭਿੰਨੀਆਂ। ਕਹਿੰਦੇ ਉਹ ਜੀਵ ਰੂਪ ਇਸਤਰੀ, ਜਗਿਆਸੂ ਮਹਾਤਮਾ ਰੂਪ ਇਸਤਰੀ ਆਪਣੇ ਮਨ ਤੇ ਬੁੱਧ ਰੂਪੀ ਹੱਥਾਂ ਨੂੰ ਜੋੜ ਕੇ ਕਰਦੀ ਹੈ ਬੇਨਤੀ। ਉਹ ਰਾਤ ਦਿਨ ਪਰਮਾਤਮਾ ਦੇ ਰਾਸ ਪ੍ਰੇਮ ਵਿੱਚ ਭਿੱਜੀ ਹੋਈ ਹੈ ਤੇ ਬੇਨਤੀਆਂ ਕਰਦੀ ਹੈ। ਨਾਨਕ ਪਿਰ ਧਨ ਕਰਹਿ ਰਲੀਆਂ, ਇਛ ਮੇਰੀ ਪੁੰਨੀਆਂ। ਤਾਂ ਹਜ਼ੂਰ ਫਰਮਾਉਂਦੇ ਨੇ ਕਿ ਹੇ ਸਖੀਓ, ਹੁਣ ਪਿਰ ਪਤੀ ਪਰਮਾਤਮਾ ਦੇ ਨਾਲ ਧਨ ਇਸਤਰੀ ਜੀਵ ਆਤਮਾ ਦਾ ਮਿਲਾਪ ਹੋਇਆ ਤੇ ਦੋਵੇਂ ਮਿਲ ਕੇ ਹੁਣ ਰਲੀਆਂ ਖੁਸ਼ੀਆਂ ਮਨਾ ਰਹੇ ਨੇ। ਇਛ ਮੇਰੀ ਪੁੰਨੀਆਂ, ਮੇਰੀ ਇੱਛਾ ਪੂਰੀ ਹੋ ਚੁੱਕੀ ਹੈ। ਵਾਹਿਗੁਰੂ ਦੇ ਮਿਲਾਪ ਵਿੱਚ ਅਸੀਂ ਦੋਵੇਂ ਆਨੰਦ ਲੈ ਰਹੇ ਹਾਂ, ਮੇਰਾ ਪਿਰ ਪਤੀ ਤੇ ਮੈਂ ਧਨ ਜੀਵ ਰੂਪ ਇਸਤਰੀ। ਸੋ ਇਸ ਪ੍ਰਕਾਰ ਇਉਂ ਆਪੇ ਦਾ ਪਰਮ ਆਪੇ 'ਚ ਮਿਲਾਪ ਹੋਣਾ। ਜੀਵ ਇਸਤਰੀ, ਜੀਵ ਆਤਮਾ ਨੂੰ ਇਸਤਰੀ ਕਿਹਾ ਹੈ ਤੇ ਫਿਰ ਪਰਮਾਤਮਾ ਨੂੰ ਕਿਹਾ ਹੈ। ਗੌੜੀ ਸ਼ੰਤ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ
ਸ਼ੰਤ ਉਚਾਰਨ ਕਰਦੇ ਹਨ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ। ਸੁਣ ਨਾਹਾ ਪ੍ਰਭੂ ਜੀਓ ਏਕ ਲੜੀ ਬਨ ਮਾਹੇ। ਟਕਸਾਲ ਦੇ ਅਨੁਸਾਰ ਇਹ ਇਕੱਲੜੀ ਪਾਠ ਨਹੀਂ ਸਿਖਾਇਆ ਗਿਆ, ਅਧਿਕ ਤੋਂ ਬਗੈਰ ਏਕ ਲੜੀ ਇੰਜ ਪਾਠ ਉਚਾਰਨਾ। ਸੁਣ ਨਾਹ ਪ੍ਰਭੂ ਜੀਓ, ਨਾਹ ਦਾ ਅਰਥ ਹੈ ਪਤੀ। ਹੇ ਪਤੀ ਪ੍ਰਭੂ ਜੀਓ ਸੁਣੋ ਬੇਨਤੀ। ਏਕ ਲੜੀ ਬਨ ਮਾਹੇ, ਮੈਂ ਜੀਵ ਰੂਪ ਇਸਤਰੀ ਸੰਸਾਰ ਰੂਪੀ ਜੰਗਲ ਦੇ ਵਿੱਚ ਇਕੱਲੀ ਹਾਂ, ਸੋ ਮੇਰਾ ਹੋਰ ਸਾਥੀ ਕੋਈ ਨਹੀਂ। ਕਿਉਂ ਧੀ ਰਹਿ ਗਈ ਨਾਹ ਬਿਨਾ ਪ੍ਰਭ ਵੇ ਪ੍ਰਵਾਹੇ। ਹੇ ਪ੍ਰਭੂ ਜੀ ਤੁਸੀਂ ਆਪ ਜੀ ਜੋ ਵੇ ਪ੍ਰਵਾਹ ਹੋ ਤੇ ਮੇਰੇ ਪਤੀ ਹੋ, ਤੁਹਾਡੇ ਮਿਲਾਪ ਤੋਂ ਬਗੈਰ ਇਹ ਮੇਰੀ ਜਿੰਦ ਕਿਸ ਤਰ੍ਹਾਂ ਧੀਰਜ ਦੇ ਸਹਿਤ ਹੋ ਸਕਦੀ। ਇਹ ਜੀਵ ਰੂਪ ਇਸਤਰੀ ਭਾਵ ਮੈਂ ਕਿਸ ਤਰ੍ਹਾਂ ਧੀਰਜ ਦੇ ਸਹਿਤ ਹੋ ਸਕਦੀ, ਕਿਵੇਂ ਧੀਰੇਗੀ। ਧਨ ਨਾਹ ਬਾਝੋਂ ਰਹਿ ਨਾ ਸਕੈ ਬਿਖਮ ਰੈਣ ਘਨੇਰੀਆ। ਜੀਵ ਰੂਪ ਇਸਤਰੀ ਨਾਹ ਪਤੀ ਪਰਮਾਤਮਾ ਤੋਂ ਬਾਝੋਂ ਬਗੈਰ ਰਹਿ ਨਾ ਸਕੈ, ਜਿਉਂਦੀ ਨਹੀਂ ਰਹਿ ਸਕਦੀ, ਮਰ ਜਾਏਗੀ। ਬਿਖਮ ਰੈਣ ਘਨੇਰੀਆ, ਤੇ ਜਿਹੜੀ ਰਾਤ ਸਿਰ ਤੇ ਆਈ ਹੋਈ ਹੈ ਇਹ ਬਹੁਤ ਜ਼ਿਆਦਾ ਘਨੇਰੀਆ, ਬਹੁਤ ਹੀ ਬਿਖਮ ਕਠਨ ਹੈ। ਜਿਹੜੀ ਸਾਡੀ ਉਮਰ ਆ, ਜੀਵਨ ਹੈ ਸਾਡਾ, ਇਹ ਮਾਨੋ ਇੱਕ ਬਿਖਮ ਰਾਤ ਦੇ ਵਾਂਗ ਹੈ। ਬੜੀ ਕਠਨ ਰਾਤ, ਘਨੇਰੀ ਕਠਨ ਰਾਤ, ਗਾੜੀ ਹਨੇਰੇ ਵਾਲੀ ਰਾਤ ਸਾਡੇ ਸਿਰ ਤੇ ਹੈ ਅਗਿਆਨ ਕਰਕੇ। ਨਹਿ ਨੀਂਦ ਆਵੈ ਪ੍ਰੇਮ ਭਾਵੈ ਸੁਣ ਬੇਨੰਤੀ ਮੇਰੀ ਆਹੇ। ਸੱਚੇ ਪਾਤਸ਼ਾਹ ਮੈਨੂੰ ਤਾਂ ਤੁਹਾਡਾ ਪ੍ਰੇਮ ਹੀ ਭਾਉਂਦਾ ਚੰਗਾ ਲੱਗਦਾ ਹੈ, ਤੇ ਤੁਹਾਡੇ ਵਿਛੋੜੇ ਵਿੱਚ ਇਹ ਵਾਹਿਗੁਰੂ ਜੀ ਨੀਂਦ ਨਹੀਂ ਆਉਂਦੀ ਹੈ, ਸਮਾਧੀ ਰੂਪੀ ਨੀਂਦ ਨਹੀਂ ਆਉਂਦੀ, ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ। ਤੇ ਤੁਸੀਂ ਮਹਾਰਾਜ ਮੇਰੀ ਬੇਨਤੀ ਸੁਣੋ। ਬਾਝੋਂ ਪਿਆਰੇ ਕੋਏ ਨਾ ਸਾਰੇ ਏਕ ਲੜੀ ਕੁਰ ਲਾਏ। ਇਹ ਜੀਵ ਰੂਪ ਇਸਤਰੀ ਪਿਆਰੇ ਆਪ ਪਰਮਾਤਮਾ ਵਾਹਿਗੁਰੂ ਜੀ ਤੋਂ ਬਾਝੋਂ ਬਗੈਰ ਕੋਈ ਨਾ ਸਾਰੇ, ਮੇਰੀ ਕੋਈ ਬਾਤ ਨਹੀਂ ਪੁੱਛਦਾ, ਮੇਰੀ ਕੋਈ ਸਾਰ ਸੰਭਾਲ ਨਹੀਂ, ਮੇਰੀ ਸਾਰ ਖਬਰ ਲੈਣ ਵਾਲਾ ਕੋਈ ਨਹੀਂ। ਏਕ ਲੜੀ ਕੁਰ ਲਾਏ, ਇਹ ਇਕੱਲੀ ਵਿਚਾਰੀ ਜਿੰਦ ਕੁਰਲਾਉਂਦੀ ਹੈ, ਕੂਕਦੀ ਹੈ, ਵਿਰੜੇ ਕਰਦੀ, ਵਿਰਲਾਪ ਕਰਦੀ ਹੈ। ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪ੍ਰੀਤਮ ਦੁਖ ਪਾਏ। ਹਜ਼ੂਰ ਫਰਮਾਉਂਦੇ ਨੇ ਕਿ ਜੀਵ ਰੂਪ ਇਸਤਰੀ ਗੁਰਾਂ ਦੀ ਮਿਲਾਈ ਹੋਈ ਹੀ ਮਿਲਦੀ ਹੈ ਵਾਹਿਗੁਰੂ ਨਾਲ, ਤੇ ਬਿਨਾਂ ਪ੍ਰੀਤਮ ਦੇ ਮਿਲਾਪ ਤੋਂ ਹਮੇਸ਼ਾ ਇਹ ਦੁੱਖ ਹੀ ਪਾਉਂਦੀ ਹੈ। ਸਾਨੂੰ ਸਮਝਾ ਰਹੇ ਨੇ ਹਜ਼ੂਰ ਕਿ ਵਾਹਿਗੁਰੂ ਦੇ ਮਿਲਾਪ ਤੋਂ ਬਗੈਰ ਦੁੱਖ ਦੇ ਸਹਿਤ ਹੀ ਰਹੋਗੇ। ਫਿਰ ਛੋਡਿਆੜੀ ਜੀਓ ਕਵਣ ਮਿਲਾਵੈ। ਜਿਸ ਜੀਵ ਰੂਪ ਇਸਤਰੀ ਨੂੰ ਛੁੱਟੜ ਬਦਕਾਰ ਭੈੜੀ ਜਾਣ ਕੇ ਪਤੀ ਨੇ ਛੱਡ ਦਿੱਤਾ, ਕਵਣ ਮਿਲਾਵੈ, ਜਿਸ ਨੂੰ ਵਾਹਿਗੁਰੂ ਪਤੀ ਪਰਮਾਤਮਾ ਨੇ ਛੱਡ ਦਿੱਤਾ, ਤਿਆਗ ਦਿੱਤਾ, ਉਹਨੂੰ ਕੌਣ ਮਿਲਾ ਸਕਦਾ ਵਾਹਿਗੁਰੂ ਜੀ ਦੇ ਨਾਲ। ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ। ਜਿਹੜੀ ਪ੍ਰੇਮ ਦੇ ਰਸ ਵਿੱਚ ਮਿਲੀ ਹੈ, ਪ੍ਰੇਮ ਦੇ ਰਸ ਕਰਕੇ ਵਾਹਿਗੁਰੂ ਨਾਲ ਜੋ ਮਿਲੀ ਹੈ, ਗੁਰੂ ਦੇ ਸ਼ਬਦ ਰਾਹੀਂ ਉਹ ਸੋਭਾ ਪਾਉਂਦੀ ਹੈ। ਗੁਰੂ ਦੇ ਸ਼ਬਦ ਦੇ ਅਭਿਆਸ ਦੁਆਰਾ ਸ਼ਬਦ ਨਾਲ ਜੁੜ ਕੇ ਪ੍ਰੇਮ ਪੈਦਾ ਕੀਤਾ ਹੈ, ਤੇ ਵਾਹਿਗੁਰੂ ਦੇ ਪ੍ਰੇਮ ਰਸ ਵਿੱਚ ਜਿਹੜੀ ਮਿਲੀ ਹੈ ਉਹ ਫਿਰ ਸੋਭਾ ਪਾਉਂਦੀ ਹੈ। ਸ਼ਬਦੇ ਸੁਹਾਵੈ ਤਾਂ ਪਤ ਪਾਵੈ। ਗੁਰੂ ਦੇ ਸ਼ਬਦ ਨਾਲ ਜੁੜ ਕੇ ਸੋਭਾ ਪਾਉਂਦੀ ਹੈ ਜੀਵ ਰੂਪ ਇਸਤਰੀ। ਇਹਨੂੰ ਸਿੰਘਾਵਲੋਕਨੀ ਕਿਹਾ ਜਾਂਦਾ ਕਾਵ ਦੇ ਵਿੱਚ। ਜਿੱਥੇ ਪਿਛਲਾ ਬਚਨ ਪੰਕਤੀ ਵਿੱਚ ਸਮਾਪਤ ਹੋਇਆ, ਉਸੇ ਬਚਨ ਨੂੰ ਫਿਰ ਅੱਗੇ ਆਰੰਭ ਕਰਕੇ ਤੋਰਿਆ ਗਿਆ। ਇਹਨੂੰ ਕਹਿੰਦੇ ਸਿੰਘਾਵਲੋਕਨੀ। ਸੋ ਇਸ ਪ੍ਰਕਾਰ ਸਿੰਘ ਸ਼ੇਰ ਦੀ ਅਵਲੋਕਨੀ ਵੇਖਣੀ। ਸ਼ੇਰ ਜਦੋਂ ਤੁਰਿਆ ਜਾਂਦਾ ਸਿੱਧਾ, ਤੇ ਇੱਕ ਅੱਖ ਦੇ ਨਾਲ ਥੋੜ੍ਹਾ ਪਿੱਛੇ ਧਿਆਨ ਰੱਖਦਾ, ਕੋਈ ਮੇਰੇ 'ਤੇ ਪਿੱਛੋਂ ਵਾਰ ਨਾ ਕਰੇ। ਇਸ ਤਰ੍ਹਾਂ ਵਿਦਵਾਨਾਂ ਨੇ ਇਸ ਤਰੀਕੇ ਨੂੰ ਸਿੰਘਾਵਲੋਕਨੀ ਬਿਆਨ ਕੀਤਾ ਕਾਵ ਵਾਲਿਆਂ ਨੇ। ਸ਼ਬਦੇ ਸੁਹਾਵੈ ਤਾਂ ਪਤ ਪਾਵੈ। ਗੁਰੂ ਦੇ ਸ਼ਬਦ ਨਾਲ ਜੁੜ ਕੇ ਜਿਹੜੀ ਸੋਭਾ ਪਾਉਂਦੀ ਆ, ਉਹ ਫਿਰ ਦੋਵਾਂ ਜਹਾਨਾਂ ਦੀ ਪਤ ਇੱਜ਼ਤ ਪ੍ਰਾਪਤ ਕਰਦੀ ਹੈ ਜੀਵ ਰੂਪ ਇਸਤਰੀ। ਦੀਪਕ ਦੇ ਉਜਾਰਾ, ਉਹ ਆਪਣੇ ਦੇਹ ਰੂਪੀ ਮੰਦਰ ਦੇ ਅੰਦਰ, ਕਾਇਆ ਰੂਪੀ ਭਾਵ ਹਿਰਦੇ ਦੇ ਅੰਦਰ ਉਹ ਦੀਪਕ ਉਜਾਰਾ ਪ੍ਰਜਵਲਿਤ ਕਰਦੀ ਹੈ। ਦੀਪਕ ਦਾ ਉਜਾਲਾ ਪ੍ਰਕਾਸ਼ ਕਰਦੀ, ਗਿਆਨ ਦਾ ਦੀਵਾ ਜਗਾ ਲੈਂਦੀ ਹੈ। ਸੁਣ ਸਖੀ ਸਹੇਲੀ ਸਾਚ ਸੁਹੇਲੀ ਸਾਚੇ ਕੇ ਗੁਣ ਸਾਰਾ। ਸੁਣ ਹੈ ਸਖੀਏ ਸਹੇਲੀਏ, ਜਿਹੜੀ ਸੱਚ ਨਾਲ ਜੁੜੀ ਹੈ ਉਹ ਸੁਹੇਲੀ ਸੁਖਾਲੀ ਹੋ ਗਈ, ਸੁਖੀ ਹੋ ਗਈ ਹੈ। ਪਰ ਕਿਵੇਂ? ਸਾਚੇ ਕੇ ਗੁਣ ਸਾਰਾ, ਉਹ ਸੱਚੇ ਅਕਾਲ ਪੁਰਖ ਦੇ ਗੁਣਾਂ ਦੀ ਸਾਰ ਲੈਂਦੀ ਹੈ। ਸੱਚੇ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਸਾਂਭਦੀ ਹੈ, ਸੰਭਾਲਦੀ ਹੈ, ਹਿਰਦੇ ਦੇ ਅੰਦਰ ਗੁਣ ਗਾਉਂਦੀ ਹੈ। ਭਾਵ ਸਤਿਗੁਰ ਮੇਲੀ ਤਾ ਪਿਰ ਰਾਵੀ ਬਿਗਸੀ ਅੰਮ੍ਰਿਤ ਬਾਣੀ।
ਜਿਹੜੀ ਜੀਵ ਰੂਪ ਇਸਤਰੀ, ਜਗਿਆਸੂ ਰੂਪ ਇਸਤਰੀ ਸਤਿਗੁਰੂ ਮਹਾਰਾਜ ਨੇ ਮੇਲ ਦਿੱਤੀ ਹੈ ਨਾ ਵਾਹਿਗੁਰੂ ਨਾਲ, ਆਪਣੇ ਨਾਲ ਮੇਲੀ ਤਾਂ ਫਿਰ ਰਾਵੀ, ਤਾਂ ਫਿਰ ਪ੍ਰਮਾਤਮਾ ਨੇ ਉਹਨੂੰ ਰਾਵੀ ਮਾਣਿਆ, ਭਾਵ ਕਿ ਅੰਗੀਕਾਰ ਕਰ ਲਿਆ, ਆਪਣੇ ਨਾਲ ਮਿਲਾ ਲਿਆ। ਤੇ ਅੰਮ੍ਰਿਤ ਸਰੀਖੀ ਜਿਹੜੀ ਸਿਫਤ ਸਲਾਹ ਦੀ ਬਾਣੀ ਹੈ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰੀ ਹੋਈ, ਇਹਦੀ ਧਾਰਨੀ ਬਣ ਕੇ ਉਹ ਜੀਵ ਰੂਪ ਇਸਤਰੀ, ਜਗਿਆਸੂ ਮਹਾਤਮਾ, ਗੁਰਮੁਖ, ਗੁਰੂ ਕਾ ਪਿਆਰਾ, ਉਹ ਜੀਵ ਰੂਪ ਇਸਤਰੀ ਬਿਗਸੀ, ਆਨੰਦਿਤ ਹੋਈ, ਉਹਦਾ ਹਿਰਦਾ ਕਮਲ ਖਿੜ ਗਿਆ। ਉਹ ਜੀਵ ਰੂਪ ਇਸਤਰੀ ਖੜਾਵਟ ਦੇ ਸਹਿਤ ਹੋਈ ਹੈ ਅੰਮ੍ਰਿਤ ਬਾਣੀ ਦੇ ਪ੍ਰਭਾਵ ਨਾਲ। ਨਾਨਕ ਸਾ ਧਨ ਤਾਂ ਫਿਰ ਰਾਵੈ, ਜਾਂ ਤਿਸ ਕੈ ਮਨ ਭਾਣੀ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਉਹ ਜੀਵ ਰੂਪ ਇਸਤਰੀ ਤਾਂ ਹੀ ਫਿਰ ਪਰਮਾਤਮਾ ਨੂੰ ਰਾਵੈ, ਮਾਣ ਸਕਦੀ ਹੈ ਅਭੇਦਤਾ ਦੇ ਆਨੰਦ ਨੂੰ। ਜਾਂ ਤਿਸ ਕੈ ਮਨ ਭਾਣੀ, ਜਾਂ ਜਦੋਂ ਤਿਸ ਪਰਮਾਤਮਾ ਦੇ ਮਨ ਵਿੱਚ ਭਾਣੀ ਚੰਗੀ ਲੱਗੀ, ਭਾਵ ਵਾਹਿਗੁਰੂ ਨੂੰ ਪਸੰਦ ਆਈ, ਤਾਂ ਹੀ ਪਰਮਾਤਮਾ ਨੇ ਅੰਗੀਕਾਰ ਕੀਤੀ, ਤਾਂ ਹੀ ਉਸ ਦੀ ਅਭੇਦਤਾ ਦੇ ਆਨੰਦ ਨੂੰ ਮਾਣ ਸਕਦੀ ਹੈ। ਭਾਵ ਜੀਵ ਦੇ ਪੱਲੇ ਕੁਛ ਨਹੀਂ ਹੈ, ਜੀਵ ਦੇ ਆਪਣੇ ਕਰਮਾਂ ਦਾ ਇਹ ਫਲ ਨਹੀਂ ਹੈ, ਇਹ ਵਾਹਿਗੁਰੂ ਨੂੰ ਪਸੰਦ ਆਉਣ ਦੀ ਗੱਲ ਹੈ। ਮਾਇਆ ਮੋਹਣੀ ਨੀ ਘਰੀਆ ਜੀਓ, ਕੂੜ ਮੁੱਠੀ ਕੂੜਿਆਰੇ। ਜਿਹੜੀ ਮਾਇਆ ਦੇ ਵਿੱਚ ਮੋਹਤ ਹੋਈ ਹੈ ਨਾ ਜੀਵ ਰੂਪ ਇਸਤਰੀ, ਮੋਹਣੀ ਮਾਇਆ ਵਿੱਚ ਮੋਹਤ ਹੋਈ ਹੈ, ਮਾਇਆ ਦੀ ਮੋਹੀ ਹੋਈ ਹੈ, ਉਹ ਨਿਘਰੀਆ, ਉਹ ਘਰ ਤੋਂ ਸਖਣੀ ਬੇਘਰੀ ਹੈ, ਉਹਦਾ ਆਪਣਾ ਘਰ ਕੋਈ ਨਹੀਂ ਹੈ। ਕੂੜ ਮੁੱਠੀ ਕੂੜਿਆਰੇ, ਕੂੜ ਝੂਠ ਦੀ ਮੁੱਠੀ ਲੁੱਟੀ ਹੋਈ, ਠੱਗੀ ਹੋਈ, ਕੂੜਿਆਰੇ ਉਹ ਕੂੜ ਦਾ ਰੂਪ ਹੀ ਬਣ ਗਈ, ਝੂਠ ਦਾ ਰੂਪ ਹੀ ਬਣ ਚੁੱਕੀ ਹੈ। ਕਿਉਂ ਖੂਲੈ ਗੱਲ ਜੀਵੜੀਆ ਜੀਓ, ਬਿਨ ਗੁਰ ਅਤ ਪਿਆਰੇ। ਬਿਨਾਂ ਅਤਿਅੰਤ ਪਿਆਰੇ ਸਤਿਗੁਰਾਂ ਦੇ ਮਿਲਾਪ ਤੋਂ, ਅਤਿਅੰਤ ਪਿਆਰੇ ਸਤਿਗੁਰੂ ਜੀ ਤੋਂ ਬਗੈਰ ਜਿਹੜੀ ਹਿਰਦੇ ਰੂਪੀ ਗਲ ਦੇ ਅੰਦਰ ਵਿਕਾਰਾਂ ਦੀ, ਪਾਪਾਂ ਦੀ ਰੱਸੀ ਪਈ ਹੋਈ ਆ, ਫਾਹੀ ਪਈ ਹੋਈ ਆ, ਉਹ ਕਿਸ ਤਰ੍ਹਾਂ ਖੁੱਲ੍ਹ ਸਕਦੀ ਹੈ, ਕਿਵੇਂ ਖੁੱਲ੍ਹ ਸਕਦੀ ਹੈ? ਐਸੇ ਸਤਿਗੁਰੂ ਸੱਚੇ ਪਾਤਸ਼ਾਹ ਵਿਚੋਲੇ ਹਨ ਜੋ ਬਖਸ਼ਿਸ਼ ਕਰਕੇ ਉਹ ਰੱਸੀ ਖੁਲਾ ਦਿੰਦੇ ਨੇ ਜਾਂ ਖੋਲ੍ਹ ਦਿੰਦੇ ਨੇ। ਹਰ ਪ੍ਰੀਤ ਪਿਆਰੇ ਸ਼ਬਦ ਵਿਚਾਰੇ, ਤਿਸ ਹੀ ਕਾ ਸੋ ਹੋਵੈ। ਜਿਹੜੀ ਜੀਵ ਰੂਪ ਇਸਤਰੀ ਹਰੀ ਪਰਮਾਤਮਾ ਪਿਆਰੇ ਨਾਲ ਪ੍ਰੀਤ ਕਰਦੀ ਹੈ, ਹਰੀ ਪਿਆਰੇ ਦੀ ਪ੍ਰੀਤ ਵਿੱਚ ਜਿਉਂਦੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ, ਤਿਸ ਹੀ ਕਾ ਸੋ ਹੋਵੈ। ਉਹ ਅਕਾਲ ਪੁਰਖ ਪਰਮਾਤਮਾ ਉਸੇ ਦਾ ਹੋ ਜਾਂਦਾ ਹੈ। ਪੁੰਨ ਦਾਨ ਅਨੇਕ ਨਾਵਣ, ਕਿਉ ਅੰਤਰਮਲ ਧੋਵੈ। ਪਰ ਜੇ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਬਗੈਰ, ਵਾਹਿਗੁਰੂ ਪਿਆਰੇ ਦੀ ਪ੍ਰੀਤ ਤੋਂ ਬਗੈਰ ਰਵੇ ਕੋਈ ਜੀਵ ਰੂਪ ਇਸਤਰੀ, ਤੇ ਬਹੁਤ ਜ਼ਿਆਦਾ ਪੁੰਨ ਪਵਿੱਤਰ ਕਰਮ ਆਪਣੇ ਵੱਲੋਂ ਕਰੇ, ਅਨੇਕਾਂ ਤਰ੍ਹਾਂ ਦਾ ਦਾਨ ਕਰੇ, ਅਨੇਕਾਂ ਤੀਰਥਾਂ 'ਤੇ ਨਹਾਉਂਦੀ ਫਿਰੇ, ਕਿਉਂ ਅੰਤਰਮਲ ਧੋਵੈ। ਅਤੇ ਇਸ ਤਰ੍ਹਾਂ ਕਰਨ ਨਾਲ ਕਿਵੇਂ ਉਹ ਆਪਣੇ ਅੰਦਰ ਦੀ ਮੈਲ ਨੂੰ ਧੋ ਸਕਦੀ ਹੈ? ਕਿਸੇ ਤਰ੍ਹਾਂ ਵੀ ਇਹਨਾਂ ਕਰਮਾਂ ਨਾਲ, ਯਾਨੀ ਕਿ ਪੁੰਨ ਦਾਨ ਅਤੇ ਤੀਰਥਾਂ ਦੇ ਇਸ਼ਨਾਨ ਨਾਲ ਅੰਦਰ ਮਨ ਦੀ ਮੈਲ ਧੁੱਪਦੀ ਨਹੀਂ ਹੈ। ਨਾਮ ਬਿਨਾ ਗਤ ਕੋਈ ਨਾ ਪਾਵੈ, ਹਠ ਨਿਗ੍ਰਹਿ ਬੇਬਾਣਾ। ਮਨ ਦੇ ਹਠ ਕਰਕੇ, ਵਾਹਿਗੁਰੂ ਦਾ ਸਿਮਰਨ ਛੱਡ ਕੇ ਅਤੇ ਮਨ ਦੇ ਹਠ ਅਨੁਸਾਰ ਜਿਹੜਾ ਨਿਗ੍ਰਹਿ ਕਰੇ। ਨਿਗ੍ਰਹਿ ਦਾ ਮਤਲਬ ਹੈ ਇੰਦਰੀਆਂ ਨੂੰ ਰੋਕਣ ਦਾ ਯਤਨ। ਹਠ ਕਰਕੇ, ਯਤਨ ਕਰਕੇ, ਜ਼ਬਰਦਸਤੀ ਇੰਦਰੀਆਂ ਦੀ ਰੋਕਥਾਮ ਕਰੇ ਅਤੇ ਬੇਬਾਣਾ ਜੰਗਲਾਂ 'ਚ ਰਹੇ। ਅਤੇ ਨਾਮ ਬਿਨਾ ਗਤ ਕੋਈ ਨਾ ਪਾਵੇ। ਅਜਿਹਾ ਕੋਈ ਵੀ ਵਿਅਕਤੀ ਸਤਿਗੁਰੂ ਦੇ ਆਖੇ ਲੱਗ ਕੇ ਜਦੋਂ ਤੱਕ ਨਾਮ ਨਹੀਂ ਜਪਦਾ, ਗਤ, ਮੁਕਤੀ, ਨਜਾਤ, ਉੱਚੀ ਆਤਮਿਕ ਅਵਸਥਾ, ਵਿਕਾਰਾਂ ਤੋਂ ਖਲਾਸੀ ਉਹ ਪ੍ਰਾਪਤ ਨਹੀਂ ਕਰ ਸਕਦਾ ਹੈ। ਨਾਨਕ ਸੱਚ ਘਰ ਸ਼ਬਦ ਸੰਯਾਪੈ, ਦੁਬਿਧਾ ਮਹਿਲ ਕੇ ਜਾਣੈ। ਹਜ਼ੂਰ ਫਰਮਾਉਂਦੇ ਨੇ ਕਿ ਜਿਹੜੀ ਜੀਵ ਰੂਪ ਇਸਤਰੀ ਨੂੰ ਸੱਚ ਪ੍ਰਾਪਤ ਹੋਇਆ, ਘਰ ਹਿਰਦੇ ਦੇ ਅੰਦਰ ਜੋ ਸੱਚ ਹੈ ਇਸ ਦੀ ਪ੍ਰਾਪਤੀ ਹੋਈ ਹੈ, ਗੁਰੂ ਦੇ ਸ਼ਬਦ ਰਾਹੀਂ ਸੰਯਾਪੈ ਜੋ ਪਛਾਣ ਲੈਂਦੀ ਹੈ, ਸਿਆਣ ਲੈਂਦੀ ਹੈ ਨਾ ਵਾਹਿਗੁਰੂ ਦੇ ਸੱਚੇ ਘਰ ਨੂੰ, ਸੋ ਉਹਦਾ ਸੱਚੇ ਘਰ 'ਚ ਵਾਸਾ ਹੋ ਜਾਂਦਾ। ਜੋ ਸ਼ਬਦ ਰਾਹੀਂ ਪਰਮਾਤਮਾ ਨੂੰ ਪਛਾਣ ਲੈਂਦੀ ਹੈ, ਉਹਦਾ ਸੱਚ ਸਰੂਪ ਪਰਮਾਤਮਾ ਦੇ ਘਰ ਸਰੂਪ ਵਿੱਚ ਵਾਸਾ ਹੁੰਦਾ। ਦੁਬਿਧਾ ਮਹਿਲ ਕੇ ਜਾਣ, ਜਿਹੜੀ ਦੁਚਿੱਤੇਪਣ ਵਿੱਚ ਪਈ ਹੋਈ ਹੈ, ਦੁਬਿਧਾ ਮੇਰ ਤੇਰ ਵਿੱਚ ਪਈ ਹੋਈ ਹੈ, ਉਹ ਕਿਸ ਤਰ੍ਹਾਂ ਮਹਿਲ ਸਰੂਪ ਨੂੰ ਜਾਣ ਸਕਦੀ ਹੈ? ਵਾਹਿਗੁਰੂ ਦੇ ਮਹਿਲ ਸਰੂਪ ਨੂੰ, ਉਹਦੇ ਦਰਬਾਰ ਨੂੰ ਕਿਸ ਤਰ੍ਹਾਂ ਜਾਣ ਸਕਦੀ? ਭਾਵ ਨਹੀਂ ਜਾਣ ਸਕਦੀ। ਕੀ ਜਾਣ ਸਕਦੀ ਹੈ? ਤੇਰਾ ਨਾਮ ਸੱਚਾ ਜੀਓ, ਸ਼ਬਦ ਸੱਚਾ ਵਿਚਾਰੋ। ਹੇ ਵਾਹਿਗੁਰੂ ਜੀ, ਤੁਹਾਡਾ ਨਾਮ ਹੀ ਸੱਚਾ ਹੈ ਅਤੇ ਤੁਹਾਡੇ ਸ਼ਬਦ ਦਾ, ਸਿਫਤ ਸਲਾਹ ਵਾਲਾ ਜਿਹੜਾ ਸ਼ਬਦ ਹੈ ਨਾ ਗੁਰਾਂ ਦੇ ਮੁਖ ਤੋਂ ਉਚਾਰਿਆ,
ਉਹ ਸ਼ਬਦ ਸੱਚਾ ਹੈ, ਤੇ ਤੁਹਾਡੀ ਵਿਚਾਰ ਸੱਚੀ ਹੈ। ਜੋ ਤੁਹਾਡੇ ਬਾਰੇ ਵਿਚਾਰ ਕਰਨੀ ਉਹ ਵਿਚਾਰ ਸੱਚੀ ਹੈ। ਵਿਚਾਰ ਸੱਚਾ ਹੈ, ਸ਼ਬਦ ਸੱਚਾ ਹੈ। ਤੇਰਾ ਮਹਿਲ ਸੱਚਾ ਜੀਓ, ਨਾਮ ਸੱਚਾ ਵਪਾਰੋ। ਤੇਰਾ ਮਹਿਲ ਤੁਰੀਆ ਪਦ ਰੂਪੀ ਮਹਲ ਸਰੂਪ ਸੱਚਾ ਹੈ ਵਾਹਿਗੁਰੂ ਜੀ, ਤੇ ਤੁਹਾਡਾ ਨਾਮ ਸੱਚਾ ਹੈ, ਤੇ ਇਸ ਨਾਮ ਦਾ ਵਪਾਰ ਇਹ ਵੀ ਸੱਚਾ ਹੈ। ਫਿਰ ਬਚਨ ਫਰਮਾਉਂਦੇ ਨੇ, ਨਾਮ ਕਾ ਵਪਾਰ ਮੀਠਾ ਭਗਤ ਲਾਹਾ ਆਨੰਦਨੋ। ਤੁਹਾਡੇ ਨਾਮ ਦਾ ਵਪਾਰ ਕਰਨਾ ਹੀ ਸਾਨੂੰ ਤਾਂ ਮਿੱਠਾ ਲੱਗਦਾ, ਯਾਨੀ ਪਿਆਰਾ ਲੱਗਦਾ। ਤੁਹਾਡੇ ਨਾਮ ਦਾ ਵਪਾਰ ਹੀ ਇਸ ਜੀਵਨ ਵਿੱਚ ਅਸੀਂ ਵਪਾਰ ਕਰਨਾ ਹੈ, ਕਰਮਾਂ ਦਾ ਵਪਾਰ। ਤੇ ਸਭ ਤੋਂ ਸ਼੍ਰੋਮਣੀ ਜਿਹੜਾ ਕਰਮ ਵਪਾਰ ਹੈ ਉਹ ਤੁਹਾਡਾ ਨਾਮ ਹੈ। ਇਹੀ ਮਿੱਠਾ ਹੈ, ਪਿਆਰਾ ਹੈ। ਭਗਤ ਲਾਹਾ ਆਨੰਦਨੋ। ਵਾਹਿਗੁਰੂ ਜੀ, ਤੁਹਾਡੀ ਭਗਤੀ ਜਿਹੜੀ ਕਰਨੀ ਹੈ ਇਹੀ ਰਾਤ ਦਿਨ ਲਾਹਾ ਖੱਟਣਾ ਹੈ। ਰਾਤ ਦਿਨ ਦਾ ਲਾਹਾ ਲਾਭ ਤੁਹਾਡੀ ਭਗਤੀ ਕਰਨੀ ਹੀ ਹੈ। ਜੋ ਭਗਤੀ ਕਰਦਾ ਹੈ ਉਹ ਲਾਭ ਖੱਟਦਾ ਹੈ। ਤੇ ਸੁਬਾਜ ਵੱਖਰ ਕੋਇ ਨਾ ਸੂਝੈ, ਨਾਮ ਲੇਵੋ ਖਿਨ ਖਿਨੋ। ਹੁਣ ਸਤਿਗੁਰੂ ਫਿਰ ਉਪਦੇਸ਼ ਦੇ ਰਹੇ ਨੇ ਕਿ ਤਿਸ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਾਝ ਬਗੈਰ ਵੱਖਰ ਕੋਈ ਨਾ ਸੂਝੈ। ਹੋਰ ਕੋਈ ਸੌਦਾ ਸਾਨੂੰ ਸੁਝਦਾ ਹੀ ਨਹੀਂ ਜਿਹੜਾ ਅੱਗੇ ਨਾਲ ਜਾਣ ਵਾਲਾ ਹੋਵੇ। ਇਸ ਕਰਕੇ ਨਾਮ ਲੇਵੋ ਖਿਨ ਖਿਨੋ। ਖਿਨ ਖਿਨ ਪਲ ਪਲ ਵਿੱਚ, ਜਦੋਂ ਜਦੋਂ ਵੀ ਸਮਾਂ ਮਿਲਦਾ, ਥੋੜ੍ਹੇ ਥੋੜ੍ਹੇ ਸਮੇਂ ਨੂੰ ਵੀ ਸੰਭਾਲੋ, ਵਾਹਿਗੁਰੂ ਦਾ ਨਾਮ ਉਚਾਰਨ ਕਰੋ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਲਿਖਦੇ ਨੇ ਕਿ ਅਸੀਂ ਸੰਸਾਰੀ, ਸਾਡਾ ਮਨ ਕਠੋਰ ਹੈ, ਢੀਠ ਹੈ, ਨਾਮ ਜਪਣ ਨੂੰ ਮੰਨਦਾ ਨਹੀਂ, ਤੇ ਅਸੀਂ ਬਹਾਨੇ ਘੜਦੇ ਹਾਂ ਕਿ ਵੇਖੋ ਜੀ ਕੰਮਾਂ ਧੰਦਿਆਂ ਵਾਲੇ ਹਾਂ, ਅਸੀਂ ਕਿਵੇਂ ਰੱਬ ਦਾ ਨਾਮ ਜਪੀਏ। ਭਾਈ ਸਾਹਿਬ ਕਹਿੰਦੇ ਨੇ, ਫਰਜ਼ ਕਰੋ ਕੋਈ ਦੁਕਾਨਦਾਰੀ ਕਰ ਰਿਹਾ ਤੇ ਦੁਕਾਨ 'ਤੇ ਗਾਹਕ ਆਇਆ, ਗਾਹਕ ਬਣ ਜਾਣ ਤੋਂ ਬਾਅਦ ਫਿਰ ਉਹ ਵਿਹਲਾ, ਉਹਦੀ ਰਸਨਾ ਵਿਹਲੀ ਹੈ, ਬੈਠਾ ਹੋਇਆ ਦੁਕਾਨ 'ਤੇ। ਇਸੇ ਤਰ੍ਹਾਂ ਹਲ ਵਾਹੁਣ ਵਾਲਾ ਹਲ ਵਾਹੁੰਦਾ ਵੀ ਵਾਹਿਗੁਰੂ ਦਾ ਨਾਮ ਜਪ ਸਕਦਾ। ਟਰੈਕਟਰ ਚਲਾਉਣ ਵਾਲਾ, ਹੋਰ ਕਾਰੋਬਾਰ ਕਰਨ ਵਾਲਾ, ਗੱਡੀ ਚਲਾ ਰਿਹਾ, ਟਰੱਕ ਚਲਾ ਰਿਹਾ, ਰੱਬ ਦਾ ਨਾਮ ਤਾਂ ਜਪ ਹੀ ਸਕਦਾ ਮਨੁੱਖ। ਪਰ ਮਨ ਢੀਠ ਹੈ, ਮਨ ਕਠੋਰ ਹੈ। ਮਨ ਕਠੋਰ ਦੂਜਾ ਭਾਏ ਲਾਗਾ। ਇਸ ਕਰਕੇ ਨਾਮ ਨਹੀਂ ਜਪਿਆ ਜਾਂਦਾ। ਯਤਨ ਕਰੋ, ਨਹੀਂ ਵੀ ਰਸ ਆਉਂਦਾ ਤੇ ਜ਼ਬਾਨ ਨਾਲ ਜਪਣ ਦਾ ਯਤਨ ਕਰੀਏ। ਸਹਿਜੇ ਸਹਿਜੇ ਮਨ ਸੁਣਨ ਲੱਗ ਪਏ, ਅੰਤਰਮੁਖ ਹੋ ਜਾਏ, ਫਿਰ ਰਸ ਵੀ ਆ ਜਾਏਗਾ। ਸੋ ਹਜ਼ੂਰ ਕਹਿੰਦੇ ਨੇ, ਤਿਸ ਬਾਝ ਵੱਖਰ ਕੋਈ ਨਾ ਸੂਝੈ, ਨਾਮ ਲੇਵੋ ਖਿਨ ਖਿਨੋ। ਖਿਨ ਖਿਨ ਪਲ ਪਲ ਦੀ ਸੰਗਿਆ ਨਾਲ ਜਿਹੜਾ ਸਮਾਂ ਗੁਜ਼ਰ ਰਿਹਾ, ਇਹਦੇ ਵਿੱਚ ਪਰਮੇਸ਼ਰ ਦਾ ਨਾਮ ਉਚਾਰਨ ਕਰੋ। ਪਰਖ ਲੇਖਾ ਨਦਰ ਸਾਚੀ, ਕਰਮ ਪੂਰਾ ਪਾਇਆ। ਕਹਿੰਦੇ ਨੇ ਕਿ ਸੱਚ ਸਰੂਪ ਜੋ ਪਰਮਾਤਮਾ ਹੈ, ਉਸ ਅਕਾਲ ਪੁਰਖ ਦੀ ਸੱਚੀ ਮਿਹਰ ਦ੍ਰਿਸ਼ਟੀ, ਪਰਮਾਤਮਾ ਦੀ ਸੱਚੀ ਮਿਹਰ ਦ੍ਰਿਸ਼ਟੀ ਹੋਣ ਦੇ ਨਾਲ ਪਰਖ ਲੇਖਾ, ਜਿਹੜਾ ਲੇਖਾ ਕਰਮਾਂ ਦਾ, ਨੂੰ ਪਰਖਣ ਦੀ ਸਮਝ ਸਾਨੂੰ ਪ੍ਰਾਪਤ ਹੋਵੇਗੀ। ਪਰਖ ਲੇਖਾ। ਸੋ ਇਸ ਪ੍ਰਕਾਰ ਇਸ ਲੇਖੇ ਨੂੰ ਜੀਵ ਪਰਖ ਲਵੇਗਾ ਵਾਹਿਗੁਰੂ ਦੀ ਸੱਚੀ ਨਦਰ ਮਿਹਰ ਦ੍ਰਿਸ਼ਟੀ ਦੁਆਰਾ। ਕਰਮ ਪੂਰਾ ਪਾਇਆ, ਕਿਹੜਾ ਕਰਮ ਚੰਗਾ, ਕਿਹੜਾ ਬੁਰਾ, ਕੀ ਕਰਨਾ ਚਾਹੀਦਾ, ਕੀ ਨਹੀਂ, ਇਹ ਪਰਖ ਵਾਲੀ ਦ੍ਰਿਸ਼ਟੀ ਪ੍ਰਾਪਤ ਹੋਣੀ। ਪਰਖ ਲੇਖਾ ਨਦਰ ਸਾਚੀ, ਸੱਚ ਸਰੂਪ ਪਰਮਾਤਮਾ ਦੀ ਸੱਚੀ ਕਿਰਪਾ ਦ੍ਰਿਸ਼ਟੀ ਹੋਣ ਦੇ ਨਾਲ ਹੀ ਪਰਖ ਵਾਲੀ ਨਜ਼ਰ ਸਾਨੂੰ ਪ੍ਰਾਪਤ ਹੁੰਦੀ। ਉਹਦੇ ਨਾਲ ਅਸੀਂ ਆਪਣਾ ਕਰਮਾਂ ਦਾ ਲੇਖਾ ਜੋਖਾ ਜਾਣ ਲੈਂਦੇ ਹਾਂ, ਸਾਨੂੰ ਲੇਖਾ ਪਤਾ ਲੱਗ ਜਾਂਦਾ। ਕਰਮ ਪੂਰਾ ਪਾਇਆ, ਪੂਰੇ ਪਰਮਾਤਮਾ ਦੇ ਕਰਮ, ਫਾਰਸੀ 'ਚ ਕਰਮ ਬਖਸ਼ਿਸ਼ ਦਾ ਨਾਮ ਤੇ ਸੰਸਕ੍ਰਿਤ 'ਚ ਕਰਮ ਕਰਮਾਂ ਦਾ ਨਾਮ। ਦੋਵੇਂ ਅਰਥ ਸਮਝ ਲੈਣੇ ਕਿ ਸੱਚ ਸਰੂਪ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਉਸ ਪਰਮਾਤਮਾ ਨੂੰ ਪਾਇਆ ਜਾਂਦਾ, ਜਾਂ ਇਹ ਲੇਖਾ ਪਾਇਆ ਜਾਂਦਾ ਸਿਮਰਨ ਵਾਲਾ। ਨਾਨਕ ਨਾਮ ਮਹਾਰਸ ਮੀਠਾ, ਗੁਰ ਪੂਰਾ ਸੱਚ ਪਾਇਆ। ਹਜ਼ੂਰ ਫਰਮਾਉਂਦੇ ਨੇ ਕਿ ਨਾਮ ਦਾ ਰਸ ਜੋ ਮਹਾਨ ਮਿੱਠਾ ਹੈ, ਗੁਰ ਪੂਰਾ ਸੱਚ ਪਾਇਆ। ਪੂਰਿਆਂ ਸਤਿਗੁਰਾਂ ਦੁਆਰਾ ਸੱਚ ਸਰੂਪ ਪਰਮੇਸ਼ਰ ਨੂੰ ਪਾਇਆ ਜਾਂਦਾ ਹੈ ਤੇ ਸੱਚ ਨਾਮ ਨੂੰ ਪਾਇਆ ਜਾਂਦਾ। ਇਹ ਨਾਮ ਹੀ ਮਹਾਨ ਮਿੱਠਾ ਰਸ ਹੈ, ਇਹ ਪੂਰਿਆਂ ਸਤਿਗੁਰਾਂ ਦੁਆਰਾ ਹੀ ਪਾਇਆ ਜਾਂਦਾ। ਰਾਗ ਗੌੜੀ ਪੂਰਬੀ ਸ਼ੰਤ ਮਹੱਲਾ ਤੀਜਾ। ਰਾਗ ਗੌੜੀ ਪੂਰਬੀ ਹੈ, ਇਹਦੇ 'ਚ ਸ਼ੰਤ ਉਚਾਰਦੇ ਹਨ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਦਾਤਾ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇੱਕੋ ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਭਨਾਂ ਦਾ ਪ੍ਰਕਾਸ਼ਕ, ਸਤ ਹਸਤੀ ਵਾਲਾ, ਹੋਂਦ ਵਾਲਾ ਤੇ ਨਾਮ ਪ੍ਰਸਿੱਧ ਸੱਚੇ ਨਾਮ ਵਾਲਾ, ਕਰਤਾ ਰਚਣ ਵਾਲਾ, ਸ੍ਰਿਸ਼ਟੀ ਨੂੰ ਪੁਰਖ ਪੂਰਨ ਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਸਾ ਧਨ ਬਿਨੋ ਕਰੇ ਜੀਓ, ਹਰ ਕੇ ਗੁਣ ਸਾਰੇ।
ਜਿਹੜੀ ਜੀਵ ਰੂਪ ਇਸਤਰੀ ਪ੍ਰਮਾਤਮਾ ਦੇ ਨਾਲ ਲਗਾਓ ਰੱਖਦੀ ਹੈ, ਉਹ ਹਮੇਸ਼ਾ ਬਿਨੋਂ ਬੇਨਤੀ ਕਰਦੀ ਹੈ ਜੀ। ਤੇ ਹਰ ਕੇ ਗੁਣ ਸਾਰੇ, ਹਰੀ ਪ੍ਰਮਾਤਮਾ ਦੇ ਗੁਣਾਂ ਦੀ ਸਾਰ ਸੰਭਾਲ ਕਰਦੀ ਹੈ। ਖਿਨ ਪਲ ਰਹਿ ਨਾ ਸਕਿਆ ਜੀ ਉਹ ਬਿਨ ਹਰ ਪਿਆਰੇ। ਜਿਹੜੀ ਉਹ ਵਾਹਿਗੁਰੂ ਦੇ ਨਾਲ ਪ੍ਰੇਮ ਕਰਨ ਵਾਲੀ ਹੈ, ਹਰੀ ਪਿਆਰੇ ਪ੍ਰਮਾਤਮਾ ਤੋਂ ਬਗੈਰ ਉਹ ਤਾਂ ਖਿਨ ਪਲ ਵੀ ਨਹੀਂ ਰਹਿ ਸਕਦੀ। ਸਾਨੂੰ ਖਿਨ ਪਲ ਵੀ ਨਾਮ ਲੈਣਾ ਔਖਾ ਹੈ, ਵਾਹਿਗੁਰੂ ਨੂੰ ਯਾਦ ਕਰਨਾ। ਪਰ ਜਿਹੜੀ ਉਸ ਮੰਜ਼ਿਲ 'ਤੇ ਪਹੁੰਚੀ ਹੋਈ ਹੈ, ਭਾਵ ਜਿਹੜੇ ਸੰਤ ਲੋਕ ਨੇ, ਉਹ ਫਿਰ ਇੱਕ ਖਿਨ ਪਲ ਵੀ ਨਹੀਂ ਰਹਿ ਸਕਦੇ। ਚਾਰ ਪਹਿਰ ਚੋਂ ਜੁਗ ਹੈ ਸਮਾਨੇ, ਰਹਿਣ ਭਈ ਤਬ ਅੰਤ ਨਾ ਜਾਣੇ। ਚਾਰ ਚਾਰ ਪਹਿਰ ਕਹਿੰਦੇ ਚਾਰ ਚਾਰ ਜੁਗਾਂ ਵਰਗੇ ਲੰਘਦੇ ਨੇ ਜਦੋਂ ਤੁਹਾਡਾ ਵਿਛੋੜਾ ਪੈਂਦਾ। ਸੋ ਬਿਨ ਹਰ ਪਿਆਰੇ ਰਹਿ ਨਾ ਸਕੈ, ਗੁਰ ਬਿਨ ਮਹਿਲ ਨਾ ਪਾਈਐ। ਬਿਨਾਂ ਹਰੀ ਪਿਆਰੇ ਤੋਂ ਉਹ ਜੀਵ ਰੂਪ ਇਸਤਰੀ, ਉਹ ਮਹਾਤਮਾ ਸਖੀ ਰਹਿ ਨਹੀਂ ਸਕਦੀ। ਤੇ ਗੁਰ ਬਿਨ ਮਹਿਲ ਨਾ ਪਾਈਐ, ਪਰ ਗੁਰੂ ਮਹਾਰਾਜ ਦੀ ਸ਼ਰਨ ਤੋਂ ਬਗੈਰ ਉਹ ਤੁਰੀਆ ਪਦ ਰੂਪੀ ਮਹੱਲ ਸਰੂਪ ਦਾ ਗਿਆਨ ਇਹ ਨਹੀਂ ਪ੍ਰਾਪਤ ਹੁੰਦਾ ਹੈ। ਜੋ ਗੁਰ ਕਹੈ ਸੋਈ ਪਰ ਕੀਜੈ, ਤਿਸਨਾ ਅਗਨ ਬੁਝਾਈਐ। ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸੋਈ ਪਰ ਵਿਸ਼ੇਸ਼ ਕਰਕੇ ਨਿਸ਼ਚੈ ਕਰਕੇ ਕਰਨਾ ਚਾਹੀਦਾ ਹੈ। ਕਿਉਂਕਿ ਹਜ਼ੂਰ ਨੇ ਕਿਹਾ ਹੈ ਕਿ ਮਨ ਕੀ ਮਤ ਤਿਆਗੋ ਹਰਜਨ, ਇਹ ਬਾਤ ਕਠੈਨੀ ਅਨੰਦਨ ਹਰ ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮਤ ਲੈਣੀ। ਗੁਰ ਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਬਚਨ ਗੁਰੂ ਜੋ ਪੂਰਾ ਕਹਿਓ, ਮੈਂ ਸ਼ੀਕ ਗਾਠਰੀ ਵਾਧਾ। ਹੈ ਤਾਂ ਕਠਨ, ਪਰ ਹਜ਼ੂਰ ਕਹਿੰਦੇ ਜੋ ਸਤਿਗੁਰੂ ਜੀ ਕਹਿੰਦੇ ਹਨ ਉਹੀ ਪਰ ਵਿਸ਼ੇਸ਼ ਕਰਕੇ ਨਿਸ਼ਚੈ ਕਰਕੇ ਕਰਨਾ ਚਾਹੀਦਾ ਹੈ। ਤ੍ਰਿਸ਼ਨਾ ਜਗਨ ਬੁਝਾਈ। ਇਸ ਤਰ੍ਹਾਂ ਅਸੀਂ ਆਪਣੇ ਅੰਦਰੋਂ ਵਿਕਾਰਾਂ ਦੀ, ਲੋਭ ਦੀ, ਤ੍ਰਿਸ਼ਨਾ ਦੀ ਅੱਗ ਅਸੀਂ ਬੁਝਾ ਸਕਦੇ ਹਾਂ। ਹਰ ਸਾਚਾ ਸੋਈ, ਤਿਸ ਬਿਨ ਅਵਰ ਨਾ ਕੋਈ। ਹਰੀ ਅਕਾਲ ਪੁਰਖ ਉਹੀ ਜੋ ਪ੍ਰਮਾਤਮਾ, ਉਹੀ ਸੱਚਾ ਹੈ। ਜੋ ਹਰੀ ਹੈ ਨਾ, ਉਹੀ ਸੱਚਾ ਹੈ, ਹੋਰ ਸੱਚਾ ਕੁਛ ਨਹੀਂ। ਤਿਸ ਪ੍ਰਮਾਤਮਾ ਤੋਂ ਬਗੈਰ ਹੋਰ ਕੋਈ ਨਹੀਂ ਹੈ ਸੱਚ ਸਰੂਪ। ਬਿਨ ਸੇਵਿਆ ਸੁਖ ਨਾ ਪਾਏ। ਤੇ ਐਸੇ ਸੱਚ ਸਰੂਪ ਪਰਮਾਤਮਾ ਦੀ ਸੇਵਾ ਭਗਤੀ ਕਰਨ ਤੋਂ ਬਗੈਰ ਕੋਈ ਵੀ ਜੀਵ ਆਤਮਿਕ ਸੁਖ, ਸਦੀਵੀ ਰਹਿਣ ਵਾਲਾ ਸੁਖ ਨਹੀਂ ਪ੍ਰਾਪਤ ਕਰ ਸਕਦਾ। ਨਾਨਕ ਸਾ ਧਨ ਮਿਲੈ ਮਿਲਾਈ, ਜਿਸਨੂੰ ਆਪ ਮਿਲਾਏ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਿ ਉਹ ਜੀਵ ਰੂਪ ਇਸਤਰੀ ਜੋ ਵਾਹਿਗੁਰੂ ਨੂੰ ਮਿਲਦੀ ਹੈ, ਉਹ ਮਿਲਾਈ ਹੋਈ ਮਿਲਦੀ ਹੈ। ਆਪਣੇ ਯਤਨ ਦੇ ਨਾਲ ਜਾਨੀ ਕੋਈ ਨਹੀਂ ਮਿਲ ਸਕਦਾ। ਸਤਿਗੁਰਾਂ ਦੀ ਮਿਲਾਈ ਹੋਈ, ਸਤਿਗੁਰੂ ਦੀ ਬਖਸ਼ਿਸ਼ ਨਾਲ ਹੀ ਮਿਲਦੀ ਹੈ, ਜਿਸ ਨੂੰ ਆਪ ਮਿਲਾਏ। ਜਿਸ ਦੇ ਤਾਈਂ ਆਪ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਆਪ ਬਖਸ਼ਿਸ਼ ਕਰਕੇ ਆਪਣੇ ਨਾਲ ਮਿਲਾਉਣ। ਧਨ ਰੈਣ ਸੁਹੇਲੜੀਏ ਜੀਓ, ਹਰਸਿਓ ਚਿਤ ਲਾਏ। ਹਜ਼ੂਰ ਫਰਮਾਉਂਦੇ ਨੇ ਕਿ ਉਹ ਜੀਵ ਰੂਪ ਇਸਤਰੀ ਦੀ ਜਿਹੜੀ ਰਾਤ ਹੈ ਨਾ, ਸੁਹੇਲੜੀਏ, ਸੁਹੇਲੀ ਰਾਤ, ਸੁਖਦਾਈ ਰਾਤ ਲੰਘਦੀ, ਅਥਵਾ ਸਾਰੀ ਉਮਰ ਰੂਪੀ ਰਾਤ ਦੇ ਵਿੱਚ ਉਹ ਸੁਹੇਲੀ ਸੁਖੀ ਰਹਿੰਦੀ ਹੈ। ਇੱਕ ਸਹੇਲੀ ਸ਼ਬਦ ਆ, ਸੱਸੇ ਨੂੰ ਔਂਕੜ ਤੋਂ ਬਗੈਰ, ਉਹਦਾ ਅਰਥ ਹੈ ਸਖੀ ਸਹੇਲੀ, ਸੱਜਣੀ। ਤੇ ਸੱਸੇ ਨੂੰ ਔਂਕੜ ਲੱਗ ਜੇ ਤੇ ਸੁਹੇਲੜੀਏ, ਸੁਖ ਦੇ ਸਹਿਤ, ਸੁਖੀ, ਸੁਖਾਲੀ। ਹਰਸਿਓ ਚਿਤ ਲਾਏ। ਜਿਹੜੀ ਜੀਵ ਰੂਪ ਇਸਤਰੀ ਹਰੀ ਪ੍ਰਮਾਤਮਾ ਨਾਲ ਆਪਣਾ ਚਿੱਤ ਲਾਈ ਰੱਖਦੀ ਹੈ, ਉਹਦੀ ਉਮਰ ਰੂਪੀ ਰਾਤ ਵਿੱਚ ਹਮੇਸ਼ਾ ਉਹ ਸਾਰੀ ਰਾਤ ਸੁਖੀ ਰਹਿੰਦੀ ਹੈ। ਸਤਿਗੁਰ ਸੇਵੇ ਭਾਉ ਕਰੇ ਜੀਓ, ਵਿੱਚੋਂ ਆਪ ਗਵਾਏ। ਫਿਰ ਸਤਿਗੁਰੂ ਦੀ ਸੇਵਾ ਟਹਿਲ ਕਮਾਉਂਦੀ ਹੈ, ਸਤਿਗੁਰੂ ਦੇ ਆਖੇ ਲੱਗਦੀ ਹੈ। ਸਤਿਗੁਰੂ ਦੀ ਸ਼ਰਨ ਪੈ ਕੇ ਭਾਵਨਾ ਕਰਦੀ ਹੈ ਸਤਿਗੁਰਾਂ ਦੇ ਉੱਪਰ, ਤੇ ਵਿੱਚੋਂ ਹਿਰਦੇ ਵਿੱਚੋਂ ਆਪਾ ਭਾਵ ਹੰਕਾਰ ਗਵਾ ਲੈਂਦੀ ਹੈ। ਵਿੱਚੋਂ ਆਪ ਗਵਾਏ ਹਰ ਗੁਣ ਗਾਏ। ਹਿਰਦੇ 'ਚੋਂ ਆਪਾ ਗਵਾ ਕੇ ਹਰੀ ਦੇ ਗੁਣ ਗਾਉਂਦੀ ਹੈ। ਅਨੰਦਨ ਲਾਗਾ ਭਾਉ, ਰਾਤ ਦਿਨ ਉਸ ਦਾ ਭਾਉ, ਪ੍ਰੇਮ ਭਾਵਨਾ ਲੱਗੀ ਰਹਿੰਦੀ ਹੈ ਵਾਹਿਗੁਰੂ ਜੀ ਦੇ ਨਾਲ। ਸੁਣ ਸਖੀ ਸਹੇਲੀ ਜੀ ਕੀ ਮੇਲੀ, ਗੁਰ ਕੈ ਸ਼ਬਦ ਸਮਾਓ। ਸੁਣ ਹੈ ਸਖੀਏ ਤੇ ਸਹੇਲੀਏ, ਜੀ ਕੀ ਮੇਲੀ, ਜਿਹੜੀ ਜਿੰਦ ਦੀ ਮਿਲਾਪ ਵਾਲੀ ਹੈ ਨਾ, ਜਿਸ ਨੇ ਆਪਣੀ ਜਿੰਦ ਆਤਮਾ, ਜੀਵ ਆਤਮਾ ਨੂੰ ਮਿਲਾਇਆ ਹੋਇਆ ਵਾਹਿਗੁਰੂ ਨਾਲ। ਗੁਰ ਕੈ ਸ਼ਬਦ ਸਮਾਓ, ਉਹ ਗੁਰੂ ਦੇ ਸ਼ਬਦ ਵਿੱਚ ਹੀ ਸਮਾਈ ਰਹਿੰਦੀ ਹੈ। ਅਥਵਾ ਇੰਝ ਵੀ ਅਰਥ ਕੀਤਾ ਇਸ ਢੰਗ ਨਾਲ ਵੀ, ਸੁਣ ਸਖੀ ਸਹੇਲੀ ਜੀ ਕੀ ਮੇਲੀ। ਸਖੀਏ ਸਹੇਲੀਏ, ਸੁਣ ਗੁਰਾਂ ਦਾ ਉਪਦੇਸ਼ ਸੁਣ ਕੇ ਤੇ ਜੀਵ ਆਤਮਾ ਦੇ ਮਿਲਾਪ ਵਾਲੀ ਬਣ, ਤੇ ਗੁਰੂ ਦੇ ਸ਼ਬਦ ਦੁਆਰਾ ਉਹਦੇ ਵਿੱਚ ਹੀ ਸਮਾ ਜਾ। ਹਰ ਗੁਣ ਸਾਰੀ ਤਾਂ ਕੰਤ ਪਿਆਰੀ। ਜਿਸ ਨੇ ਹਰੀ ਪਰਮਾਤਮਾ ਦੇ ਗੁਣਾਂ ਦੀ ਸਾਰ ਲਈ ਹੈ ਨਾ, ਸੰਭਾਲ ਕੀਤੀ ਹੈ, ਤਾਂ ਕੰਤ ਪਿਆਰੀ, ਤਾਂ ਉਹ ਕੰਤ ਪਰਮਾਤਮਾ ਦੀ ਪਿਆਰੀ ਹੋ ਗਈ ਹੈ।
ਵਾਹਿਗੁਰੂ ਨੂੰ ਚੰਗੀ ਲੱਗੀ ਆ। ਨਾਮੇ ਧਰੀ ਪਿਆਰੋ, ਤੇ ਉਹ ਕੇਵਲ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਹੀ ਪਿਆਰ ਧਾਰਨ ਕਰਦੀ ਹੈ, ਹੋਰ ਕਿਸੇ ਨਾਲ ਪਿਆਰ ਨਹੀਂ ਹੈ। ਨਾਨਕ ਕਾਮਣ ਨਾਹ ਪਿਆਰੀ, RAM ਨਾਮ ਗਲ ਹਾਰੋ। ਸਤਿਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ ਕਿ ਕਾਮਣ ਉਹ ਜੀਵ ਰੂਪ ਇਸਤਰੀ, ਮਹਾਤਮਾ ਰੂਪ ਇਸਤਰੀ, ਨਾਹ ਪਤੀ, ਨੰਨੇ ਨੂੰ ਕੰਨਾ ਤੇ ਹਾ ਜਾਂ ਹਾਹੇ ਰੌਂਕੜ ਕਈ ਵਾਰੀ ਹੁੰਦਾ, ਇਹ ਅਰਥ ਦੇ ਮੁਤਾਬਕ, ਪਰ ਪਰਮਾਤਮਾ ਦਾ ਅਰਥ ਹੈ ਨਾਹ ਖਸਮ ਪਤੀ। ਨਾਨਕ ਕਾਮਣ ਨਾਹ ਪਿਆਰੀ, ਪਤੀ ਪਰਮਾਤਮਾ ਦੀ ਉਹ ਮਹਾਤਮਾ ਰੂਪ ਇਸਤਰੀ ਪਿਆਰੀ ਹੈ। RAM ਨਾਮ ਗਲ ਹਾਰੋ, ਜਿਵੇਂ ਪਤੀ ਨੂੰ ਖੁਸ਼ ਪ੍ਰਸੰਨ ਕਰਨ ਵਾਸਤੇ ਬੀਬੀਆਂ ਗਹਿਣੇ ਪਾਉਂਦੀਆਂ ਹਨ, ਗਹਿਣਾ ਸਜਾਵਟ ਵਾਸਤੇ ਹੁੰਦਾ। ਕਹਿੰਦੇ RAM ਰਮਿਆ ਹੋਇਆ ਜੋ ਪਰਮੇਸ਼ਰ ਆ, ਉਹਦਾ ਨਾਮ ਹੀ ਉਸਨੇ ਗਲ ਵਿੱਚ ਹਾਰ ਬਣਾ ਕੇ ਪਾਇਆ ਹੋਇਆ। ਗਲ ਕਿਹੜਾ ਹੈ? ਅੰਤਸ਼ਕਰਨ, ਹਿਰਦੇ ਰੂਪੀ ਗਲ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਦਾ ਇੱਕ ਕੰਠਾ ਭੂਖਣ ਬਣਾ ਕੇ, ਹਾਰ ਬਣਾ ਕੇ ਪਹਿਨਿਆ ਹੋਇਆ। ਧਨ ਇੱਕ ਲੜੀ ਜੀਓ ਬਿਨ ਨਾਹ ਪਿਆਰੇ। ਹਜ਼ੂਰ ਫਰਮਾਉਂਦੇ ਨੇ ਬਿਨਾਂ ਨਾਹ ਪਤੀ ਪਿਆਰੇ ਅਕਾਲ ਪੁਰਖ ਤੋਂ ਇਹ ਜੀਵ ਰੂਪ ਇਸਤਰੀ ਇਕੱਲੀ ਹੈ। ਦੂਜਾ ਭਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ। ਕਹਿੰਦੇ ਦਵੈਤ ਭਾ ਨਾ ਜਿਹੜਾ ਸੰਸਾਰ ਦਾ ਮੋਹ, ਮਾਇਆ ਦਾ ਮੋਹ, ਇਹਦੇ 'ਚ ਮੁੱਠੀ ਲੁੱਟੀ ਗਈ ਹੈ ਜੀ। ਬਿਨਾਂ ਗੁਰੂ ਦੇ ਸ਼ਬਦ ਤੋਂ, ਜੋ ਗੁਰੂ ਦਾ ਸ਼ਬਦ ਬੜਾ ਤਕੜਾ ਹੈ, ਭਾਵ ਤਕੜਾ ਸਹਾਰਾ ਦੇਣ ਵਾਲਾ ਜੋ ਗੁਰੂ ਦਾ ਸ਼ਬਦ ਹੈ, ਜਾਂ ਤਕੜੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਤੋਂ ਬਗੈਰ, ਜਿਹੜੇ ਮਹਾਨ ਸਤਿਗੁਰੂ ਹਨ, ਗੁਰੂ ਦਾ ਸ਼ਬਦ ਜੋ ਮਹਾਨ ਹੈ, ਗੁਰੂ ਦੇ ਮਹਾਨ ਸ਼ਬਦ ਤੋਂ, ਮਹਾਨ ਆਸਰਾ ਦੇਣ ਵਾਲੇ ਸ਼ਬਦ ਤੋਂ ਬਗੈਰ ਇਹ ਖੋਟੇ ਭਾਅ ਵਿੱਚ ਲੱਗੀ ਹੋਈ ਮੁੱਠੀ ਲੁੱਟੀ ਗਈ। ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ। ਗੁਰਾਂ ਦੇ ਸ਼ਬਦ ਉਪਦੇਸ਼ ਬਾਣੀ ਤੋਂ ਬਗੈਰ, ਪਿਆਰੇ ਸ਼ਬਦ ਤੋਂ ਬਗੈਰ ਕੌਣ ਦੁੱਤਰ ਤਾਰੇ। ਇਹ ਦੁਸ਼ਤਰ ਸੰਸਾਰ ਜਿਹੜਾ ਕਠਨ ਤਰਿਆ ਜਾਂਦਾ, ਇਸ ਤੋਂ ਕੌਣ ਤਾਰੇਗਾ। ਮਾਇਆ ਮੋਹ ਖੁਆਈ, ਜਿੱਥੇ ਲੱਗੀ ਹੋਈ ਹੈ ਮਾਇਆ ਦੇ ਮੋਹ ਵਿੱਚ, ਇੱਥੋਂ ਤੇ ਖੁਆਈ ਬਰਬਾਦ ਹੀ ਹੋਵੇਗੀ, ਖੁਆਰ ਹੀ ਹੋਵੇਗੀ, ਔਜੜੇ ਪੈ ਜਾਏਗੀ, ਨਾਸ ਹੋ ਜਾਏਗੀ। ਨਾਸ ਹੋ ਗਈ ਉਹ ਜੀਵ ਰੂਪ ਇਸਤਰੀ ਜਿਹੜੇ ਗੁਰਾਂ ਦੇ ਸ਼ਬਦ ਪਿਆਰੇ ਤੋਂ ਬਗੈਰ ਹੈ। ਕੂੜ ਵਿਗੁੱਤੀ ਤਾਂ ਫਿਰ ਮੁੱਤੀ, ਜਿਹੜੀ ਕੂੜ ਝੂਠ ਦੀ ਵਿਗੁੱਤੀ ਖੁਆਰ ਕੀਤੀ ਹੋਈ ਹੈ, ਤਾਂ ਫਿਰ ਮੁੱਤੀ, ਤਾਂ ਫਿਰ ਪਤੀ ਪਰਮਾਤਮਾ ਅਕਾਲ ਪੁਰਖ ਨੇ ਮੁੱਤੀ ਛੁੱਟੜ ਕਰ ਦਿੱਤੀ, ਮੁੱਤੀ ਮੈਨੇ ਛੱਡ ਦਿੱਤੀ। ਸਾ ਧਨ ਮਹਿਲ ਨਾ ਪਾਈ, ਉਹ ਧਨ ਜੀਵ ਇਸਤਰੀ ਸਰੂਪ ਰੂਪੀ ਮਹੱਲ ਨੂੰ, ਵਾਹਿਗੁਰੂ ਦੇ ਦਰਬਾਰ ਤੱਕ ਉਹਦੀ ਰਸਾਈ ਨਹੀਂ ਹੁੰਦੀ, ਮਹਿਲ ਸਰੂਪ ਨੂੰ ਪ੍ਰਾਪਤ ਨਹੀਂ ਕਰ ਸਕਦੀ। ਗੁਰ ਸ਼ਬਦੇ ਰਾਤੀ ਸਹਿਜੇ ਮਾਤੀ, ਜਿਹੜੀ ਜੀਵ ਰੂਪ ਇਸਤਰੀ ਗੁਰਾਂ ਦੇ ਸ਼ਬਦ ਉਪਦੇਸ਼ ਬਾਣੀ ਵਿੱਚ ਰਾਤੀ ਰੰਗੀ ਹੋਈ ਹੈ, ਸਹਿਜੇ ਮਾਤੀ, ਸਹਿਜ ਗਿਆਨ ਅਵਸਥਾ 'ਚ ਮਾਤੀ ਮਸਤ ਹੋਈ ਹੈ। ਅਣਦਿਨ ਰਹਿ ਸਮਾਏ, ਉਹ ਰਾਤ ਦਿਨ ਵਾਹਿਗੁਰੂ ਵਿੱਚ ਸਮਾਈ ਰਹਿੰਦੀ ਹੈ। ਨਾਨਕ ਕਾਮਣ ਸਦਾ ਰੰਗ ਰਾਤੀ। ਹਜ਼ੂਰ ਫਰਮਾਉਂਦੇ ਨੇ ਕਿ ਉਹ ਮਹਾਤਮਾ ਰੂਪ ਕਾਮਣ ਇਸਤਰੀ ਸਦਾ ਵਾਹਿਗੁਰੂ ਜੀ ਦੇ ਪ੍ਰੇਮ ਰੰਗ ਵਿੱਚ ਰਤੀ ਹੋਈ ਹੈ। ਹਰ ਜੀ ਉਹ ਆਪ ਮਿਲਾਏ, ਹਰੀ ਅਕਾਲ ਪੁਰਖ ਪਰਮਾਤਮਾ ਜੀ ਆਪ ਉਸ ਨੂੰ ਮਿਲਾ ਲੈਂਦੇ ਹਨ, ਤਾਂ ਮਿਲੀ ਹੈ ਹਰ ਮੇਲੇ ਜੀ। ਫਿਰ ਮਹਾਰਾਜ ਜੀ ਕਿਸ ਤਰ੍ਹਾਂ ਮਿਲਿਆ ਜਾਏ, ਤਾਂ ਹਜ਼ੂਰ ਕਹਿੰਦੇ ਹਰੀ ਅਕਾਲ ਪੁਰਖ ਜੀ ਮੇਲਣ ਤੇ ਤਾਂ ਹੀ ਭਾਈ ਮਿਲਿਆ ਜਾਂਦਾ ਹੈ ਜੀ। ਹਰ ਬਿਨ ਕਵਣ ਮਿਲਾਏ, ਹਰੀ ਅਕਾਲ ਪੁਰਖ ਤੋਂ ਬਗੈਰ ਕੌਣ ਹੈ ਜੋ ਮਿਲਾ ਦੇਵੇ ਪਰਮਾਤਮਾ ਨਾਲ। ਕੌਣ ਉਹਦਾ ਸ਼ਰੀਕ ਹੈ, ਕੌਣ ਐਡੀ ਹਸਤੀ ਹੈ, ਕਿਸ ਦੇ ਕੋਲ ਸਮਰੱਥਾ ਹੈ। ਫਿਰ ਹਜ਼ੂਰ ਹੁਣ ਦੱਸਦੇ ਨੇ ਬਿਨ ਗੁਰ ਪ੍ਰੀਤਮ ਆਪਣੇ ਜੀਓ, ਆਪਣੇ ਜਿਹੜੇ ਪ੍ਰੀਤ ਕਰਨ ਯੋਗ ਪ੍ਰੀਤਮ ਪਿਆਰੇ ਗੁਰੂ ਸਾਹਿਬ ਹਨ, ਉਹਨਾਂ ਤੋਂ ਬਗੈਰ ਕੌਣ ਭਰਮ ਚੁਕਾਏ। ਕਿਹੜਾ ਜਿਹੜਾ ਸਾਡੇ ਹਿਰਦੇ ਦਾ ਭਰਮ ਭ੍ਰਾਂਤੀ ਭਟਕਣਾ, ਸੰਸਾਰ ਨੂੰ ਸੱਚਾ ਮੰਨਣ ਰੂਪੀ ਜਿਹੜਾ ਭਰਮ ਹੈ, ਕੌਣ ਦੂਰ ਕਰ ਸਕਦਾ। ਗੁਰ ਭਰਮ ਚੁਕਾਏ ਇਉਂ ਮਿਲੀ ਹੈ ਮਾਏ। ਸਤਿਗੁਰੂ ਮਹਾਰਾਜ ਜੀ ਭਰਮ ਚੁਕਾ ਦੇਣ ਤੇ ਹੇ ਮੇਰੀ ਮਾਂ, ਇਸ ਤਰ੍ਹਾਂ ਮਿਲਿਆ ਜਾ ਸਕਦਾ ਵਾਹਿਗੁਰੂ ਜੀ ਦੇ ਨਾਲ। ਤਾਂ ਸਾ ਧਨ ਸੁਖ ਪਾਏ, ਤਾਂ ਉਹ ਜੀਵ ਰੂਪ ਇਸਤਰੀ ਆਤਮਿਕ ਸੁਖ ਨੂੰ ਪ੍ਰਾਪਤ ਕਰਦੀ ਹੈ। ਗੁਰ ਸੇਵਾ ਬਿਨ ਘੋਰ ਅੰਧਾਰ, ਗੁਰਾਂ ਦੀ ਸ਼ਰਨ, ਗੁਰਾਂ ਦੀ ਸੇਵਾ ਟਹਿਲ ਤੋਂ ਬਗੈਰ ਹਿਰਦੇ ਦੇ ਅੰਦਰ ਘੋਰ ਭਿਆਨਕ ਗਾੜਾ ਅੰਧਾਰ ਹਨੇਰਾ ਛਾਇਆ ਰਹਿੰਦਾ ਹੈ। ਬਿਨ ਗੁਰ ਮੱਗ ਨਾ ਪਾਏ, ਤੇ ਹਨੇਰੇ ਵਿੱਚ ਰਾਹ ਨਹੀਂ ਲੱਭਦਾ ਹੈ। ਅੰਧੇਰਾ ਰਾਹੁ ਨਾ ਕੋਈ, ਹਉ ਭਾਲ ਵਿਕੁੰਨੀ ਹੋਈ। ਸੋ ਇਸ ਪ੍ਰਕਾਰ ਬਿਨ ਗੁਰ ਮੱਗ ਨਾ ਪਾਏ, ਗੁਰੂ ਸਾਹਿਬ ਹੀ ਚਾਨਣ ਬਖਸ਼ਣ ਵਾਲੇ ਹਨ। ਬਿਨਾਂ ਗੁਰਾਂ ਤੋਂ ਕੋਈ ਮੱਗ ਰਸਤਾ ਪ੍ਰਾਪਤ ਨਹੀਂ ਕਰ ਸਕਦਾ। ਕਾਮਣ ਰੰਗ ਰਾਤੀ ਸਹਿਜੇ ਮਾਤੀ, ਜਿਹੜੀ ਕਾਮਣ ਜੀਵ ਰੂਪ ਇਸਤਰੀ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਾਤੀ ਰੰਗੀ ਹੋਈ ਹੈ,
ਤੇ ਸਹਿਜ ਗਿਆਨ ਵਿੱਚ ਮਸਤ ਹੋਈ ਹੈ। ਗੁਰ ਕੈ ਸ਼ਬਦ ਵਿਚਾਰੇ, ਗੁਰੂ ਦੇ ਸ਼ਬਦ ਦੀ ਵਿਚਾਰ ਦੁਆਰਾ ਇਸ ਅਵਸਥਾ 'ਚ ਪਹੁੰਚੀ ਹੈ ਤੇ ਉਹਦੇ ਹਿਰਦੇ 'ਚ ਹਮੇਸ਼ਾ ਗੁਰੂ ਦਾ ਸ਼ਬਦ ਹੀ ਵਿਚਾਰਿਆ ਜਾ ਰਿਹਾ। ਸੋ ਨਾਨਕ ਕਾਮਣ ਹਰ ਵਰ ਪਾਇਆ, ਗੁਰ ਕੈ ਭਾਏ ਪਿਆਰੇ। ਹਜ਼ੂਰ ਸ਼ਬਦ ਸੰਪੂਰਨ ਕਰ ਰਹੇ ਨੇ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਕਿ ਉਸ ਕਾਮਣ ਜੀਵ ਰੂਪ ਮਹਾਤਮਾ ਰੂਪ ਕਾਮਣ ਇਸਤਰੀ ਨੇ ਹਰੀ ਪਰਮਾਤਮਾ ਵਰ ਰੂਪ ਵਿੱਚ ਪਤੀ ਰੂਪ ਵਿੱਚ ਪ੍ਰਾਪਤ ਕੀਤਾ ਹੈ। ਕਿਸ ਨੇ? ਗੁਰ ਕੈ ਭਾਏ ਪਿਆਰੇ, ਜੋ ਗੁਰੂ ਦੇ ਪ੍ਰੇਮ ਵਿੱਚ ਹੈ। ਗੁਰ ਕੈ ਭਾਏ, ਗੁਰੂ ਜੋ ਪਿਆਰਾ ਹੈ, ਪਿਆਰੇ ਗੁਰੂ ਦੇ ਭਾਏ ਪ੍ਰੇਮ ਵਿੱਚ, ਭਾਵਨਾ ਵਿੱਚ, ਸ਼ਰਧਾ 'ਚ ਪਹੁੰਚ ਕੇ ਉਸਨੇ ਹਰੀ ਵਰ ਪਰਮਾਤਮਾ ਜਿਹੜਾ ਹੈ ਪ੍ਰਾਪਤ ਕੀਤਾ ਹੈ। ਗੌੜੀ ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾ ਰਹੇ ਨੇ, ਪਿਰ ਬਿਨ ਖਰੀ ਨਿਮਾਣੀ ਜੀਓ, ਬਿਨ ਪਿਰ ਕਿਉਂ ਜੀਵਾ ਮੇਰੀ ਮਾਈ। ਕਿ ਹੇ ਮੇਰੀ ਮਾਂ, ਮੈਂ ਪਿਰ ਪਰਮਾਤਮਾ ਤੋਂ ਬਗੈਰ ਖਰੀ ਨਿਮਾਣੀ, ਬਹੁਤੀ ਨਿਮਾਣੀ, ਚੰਗੀ ਤਰ੍ਹਾਂ ਨਿਮਾਣੀ ਹਾਂ। ਮੇਰਾ ਮਾਣ ਹੀ ਹੋਰ ਕੋਈ ਨਹੀਂ, ਬਿਲਕੁਲ ਹੀ ਮੈਂ ਨਿਮਾਣੀ ਹਾਂ। ਸੋ ਕਿਸ ਤਰ੍ਹਾਂ ਮੈਂ ਜੀਵਾਂ, ਕਿਸ ਤਰ੍ਹਾਂ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੋਵੇ। ਪਿਰ ਬਿਨ ਨੀਂਦ ਨਾ ਆਵੇ ਜੀਓ, ਪਿਰ ਪਰਮਾਤਮਾ ਅਕਾਲ ਪੁਰਖ ਪਤੀ ਤੋਂ ਬਗੈਰ ਮੈਨੂੰ ਸਮਾਧੀ ਰੂਪੀ ਨੀਂਦ ਨਹੀਂ ਆਉਂਦੀ ਹੈ, ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ ਹੈ। ਕਾਪੜ ਤਨ ਨਾ ਸੁਹਾਈ, ਤਨ 'ਤੇ ਕੱਪੜਾ ਪਹਿਰਨਾ ਚੰਗਾ ਨਹੀਂ ਲੱਗਦਾ, ਸ਼ੋਭਦਾ ਨਹੀਂ ਹੈ, ਫੱਬਦਾ ਹੀ ਨਹੀਂ ਹੈ। ਕਾਪਰ ਤਨ ਸੁਹਾਵੈ ਜਾਂ ਪਿਰ ਭਾਵੈ। ਕੱਪੜਾ ਤਨ ਨੂੰ ਸ਼ੋਭਨੀਕ ਤਾਂ ਲੱਗਦਾ ਸੁਹਾਉਂਦਾ ਜਾਂ ਪਿਰ ਭਾਵੈ। ਜਦੋਂ ਪਿਰ ਪਤੀ ਨੂੰ ਇਸਤਰੀ ਭਾ ਜਾਂਦੀ ਹੈ ਤਾਂ ਫਿਰ ਉਹਦਾ ਕੱਪੜਾ ਪਹਿਨਿਆ ਸ਼ੋਭਨੀਕ ਹੈ। ਗੁਰਮਤੀ ਚਿੱਤ ਲਾਈ ਹੈ, ਕਹਿੰਦੇ ਤਾਂ ਇੰਜ ਹੋ ਸਕਦਾ ਜੇ ਗੁਰਾਂ ਦੀ ਮੱਤ ਸਿੱਖਿਆ ਨੂੰ ਧਾਰਨ ਕਰੀਏ, ਚਿੱਤ ਲਾ ਲਈਏ, ਗੁਰਮਤੀਏ ਬਣ ਕੇ ਚਿੱਤ ਲਾ ਲਈਏ ਵਾਹਿਗੁਰੂ ਨਾਲ। ਸਦਾ ਸੁਹਾਗਣ ਜਾਂ ਸਤਿਗੁਰ ਸੇਵੇ, ਜਿਹੜੀ ਸਤਿਗੁਰੂ ਨੂੰ ਸੇਵਦੀ ਹੈ, ਟਹਿਲ ਸੇਵਾ ਕਰਦੀ ਹੈ, ਸ਼ਰਨ ਪੈਂਦੀ ਹੈ, ਉਹ ਫਿਰ ਸਦਾ ਦੀ ਸੁਹਾਗਵੰਤੀ ਬਣ ਜਾਂਦੀ ਹੈ। ਗੁਰ ਕੈ ਅੰਕ ਸਮਾਈਐ, ਗੁਰੂ ਦੇ ਅੰਕ ਪ੍ਰੇਮ ਵਿੱਚ। ਅੰਕ ਪ੍ਰੇਮ, ਜੱਫੀ, ਸਰੂਪ, ਗੋਦ, ਇਹ ਅੰਕ ਸ਼ਬਦ ਦੇ ਅਰਥ ਕੀਤੇ ਵਿਦਵਾਨਾਂ ਨੇ। ਗੁਰੂ ਦੇ ਅੰਕ ਪ੍ਰੇਮ ਵਿੱਚ ਸਮਾ ਜਾਈਦਾ ਹੈ। ਗੁਰ ਸ਼ਬਦੈ ਮੇਲਾ ਤਾਂ ਪਿਰ ਰਾਵੀ, ਗੁਰੂ ਦੇ ਸ਼ਬਦ ਦੁਆਰਾ ਮਿਲਾਪ ਹੋਇਆ ਤਾਂ ਫਿਰ ਪਿਰ ਪਤੀ ਨੇ ਰਾਵੀ ਮਾਣੀ ਭਾਵ ਅਭੇਦ ਕਰ ਲਈ। ਲਾਹਾ ਨਾਮ ਸੰਸਾਰੇ, ਉਸਨੇ ਸੰਸਾਰ ਵਿੱਚ ਰਹਿੰਦਿਆਂ ਵਾਹਿਗੁਰੂ ਜੀ ਦਾ ਨਾਮ ਜਪਣ ਰੂਪੀ ਲਾਹਾ ਖੱਟਿਆ ਹੈ। ਨਾਨਕ ਕਾਮਣ ਨਾਹ ਪਿਆਰੀ ਜਾਂ ਹਰ ਕੇ ਗੁਣ ਸਾਰੇ। ਹਜ਼ੂਰ ਫਰਮਾਉਂਦੇ ਨੇ ਕਿ ਉਹ ਕਾਮਣ ਇਸਤਰੀ ਨਾਹ ਪਤੀ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ ਜਾਂ ਹਰ ਕੇ ਗੁਣ ਸਾਰੇ, ਜਾਂ ਜਦੋਂ ਉਹ ਹਰੀ ਪਰਮਾਤਮਾ ਦੇ ਗੁਣਾਂ ਦੀ ਸਾਰ ਲਵੇ, ਹਰੀ ਦੇ ਗੁਣਾਂ ਨੂੰ ਹਿਰਦੇ 'ਚ ਸੰਭਾਲੇ, ਕਦਰ ਪਾਵੇ। ਸਾ ਧਨ ਰੰਗ ਮਾਣੇ ਜੀਓ ਆਪਣੇ ਨਾਲ ਪਿਆਰੇ। ਉਹ ਜੀਵ ਰੂਪ ਇਸਤਰੀ ਆਪਣੇ ਪਿਆਰੇ ਅਕਾਲ ਪੁਰਖ ਦੇ ਨਾਲ ਵਸਦੀ ਹੋਈ ਉਸ ਦੀ ਅਭੇਦਤਾ ਦੇ ਰੰਗ ਆਨੰਦ ਨੂੰ ਫਿਰ ਮਾਣਦੀ ਹੈ। ਐਨਿਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ। ਜੋ ਗੁਰੂ ਸ਼ਬਦ ਦੀ ਵਿਚਾਰ ਕਰਦੀ ਹੈ ਉਹ ਫਿਰ ਐਨਿਸ ਦਿਨ ਤੇ ਰਾਤ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਹਰ ਵੇਲੇ ਰਤੀ ਹੋਈ ਹੈ, ਰੰਗੀ ਹੋਈ ਹੈ। ਗੁਰ ਸ਼ਬਦ ਵਿਚਾਰੇ ਹਉਮੈ ਮਾਰੇ। ਗੁਰੂ ਦੇ ਸ਼ਬਦ ਨੂੰ ਵਿਚਾਰਨ ਵਾਲੀ ਆਪਣੇ ਹਿਰਦੇ ਵਿੱਚੋਂ ਹੰਗਤਾ ਮਮਤਾ ਨੂੰ ਮਾਰ ਲੈਂਦੀ ਹੈ। ਇਨ ਬਿਦ ਮਿਲੋ ਪਿਆਰੇ, ਹੇ ਪਿਆਰੇ ਸੱਜਣੋ ਮਿੱਤਰੋ, ਤੁਸੀਂ ਇਸ ਵਿਧੀ ਨਾਲ ਪਿਆਰੇ ਪਰਮਾਤਮਾ ਨੂੰ ਮਿਲੋ। ਇਨ ਬਿਦ ਮਿਲੋ ਪਿਆਰੇ, ਹੇ ਬਾਕੀ ਸਖੀਓ ਸਹੇਲੀਓ, ਤੁਸੀਂ ਵੀ ਇਸ ਵਿਧੀ ਨਾਲ ਪਿਆਰੇ ਅਕਾਲ ਪੁਰਖ ਨੂੰ ਮਿਲੋ। ਸਾ ਧਨ ਸੁਹਾਗਣ ਸਦਾ ਰੰਗ ਰਾਤੀ, ਸਾਚੈ ਨਾਮ ਪਿਆਰੇ। ਉਹ ਜੀਵ ਰੂਪ ਇਸਤਰੀ ਜੋ ਪਿਆਰੇ ਅਕਾਲ ਪੁਰਖ ਦੇ ਸੱਚੇ ਨਾਮ ਦੇ ਰੰਗ ਵਿੱਚ ਸਦਾ ਰੰਗੀ ਹੋਈ ਹੈ, ਉਹ ਜੀਵ ਰੂਪ ਇਸਤਰੀ ਸਦਾ ਦੀ ਸੁਹਾਗਣ ਹੈ, ਸੁਹਾਗਵੰਤੀ ਹੈ, ਸੁਹਾਗ ਭਾਗ ਵਾਲੀ ਹੈ। ਸੋ ਹਜ਼ੂਰ ਫਰਮਾਉਂਦੇ ਨੇ, ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਹੀ ਹੈ, ਦੁਬਿਧਾ ਮਾਰ ਨਿਵਾਰੇ। ਆਪਣੇ ਗੁਰੂ ਸਾਹਿਬ ਨਾਲ ਮਿਲ ਕੇ ਰਹਿਣਾ ਚਾਹੀਦਾ, ਜੀਵਨ ਗੁਜ਼ਾਰਨਾ ਚਾਹੀਦਾ। ਤੇ ਇਸ ਤਰ੍ਹਾਂ ਜਿਹੜਾ ਆਤਮਿਕ ਮੌਤ ਤੋਂ ਰਹਿਤ ਕਰਨ ਵਾਲਾ ਅੰਮ੍ਰਿਤ ਨਾਮ, ਇਸ ਨੂੰ ਗਹੀ ਹੈ, ਗ੍ਰਹਿਣ ਕਰ ਲਈਦਾ ਹੈ। ਦੁਬਿਧਾ ਮਾਰ ਨਿਵਾਰੇ, ਅਜਿਹਾ ਜੋ ਵਿਅਕਤੀ ਹੈ ਉਹ ਦੁਬਿਧਾ ਨੂੰ ਮਾਰ ਕੇ ਭਜਾ ਦਿੰਦਾ, ਦੁਬਿਧਾ ਨੂੰ ਮਾਰ ਕੇ ਸਮਾਪਤ ਕਰ ਦਿੰਦਾ, ਦਵੈਤ ਨੂੰ, ਮੇਰ ਤੇਰ ਨੂੰ ਮਾਰ ਸੁੱਟਦਾ ਹੈ, ਖਤਮ ਕਰ ਦਿੰਦਾ। ਨਾਨਕ ਕਾਮਣ ਹਰ ਵਰ ਪਾਇਆ, ਸਗਲੇ ਦੁਖ ਵਿਸਾਰੇ।
ਹਜ਼ੂਰ ਫਰਮਾਉਂਦੇ ਨੇ, ਜਿਸ ਜੀਵ ਰੂਪ ਇਸਤਰੀ ਮਹਾਤਮਾ ਰੂਪ ਇਸਤਰੀ ਨੇ ਹਰੀ ਵਰ ਪ੍ਰਮਾਤਮਾ ਲਾੜਾ ਰੂਪ ਅਕਾਲ ਪੁਰਖ ਪਾ ਲਿਆ ਹੈ, ਉਸ ਦੇ ਸਾਰੇ ਦੁੱਖ ਹੀ ਪ੍ਰਮਾਤਮਾ ਨੇ ਭੁਲਾ ਦਿੱਤੇ ਹਨ। ਉਸਨੇ ਆਪਣੇ ਸਾਰੇ ਦੁੱਖ ਵਿਸਾਰ ਦਿੱਤੇ, ਚੇਤਾ ਹੀ ਭੁੱਲ ਗਿਆ ਵੀ ਦੁੱਖ ਵੀ ਕੋਈ ਹੁੰਦਾ। ਕਾਵਣ ਪਿਰੋਂ ਭੁੱਲੀ ਜੀਓ ਮਾਇਆ ਮੋਹ ਪਿਆਰੇ। ਹੁਣ ਮਹਾਰਾਜ ਦੂਜਾ ਪੱਖ ਵਿਖਾ ਰਹੇ ਨੇ ਕਿ ਜਿਹੜੀ ਕਾਮਣ ਇਸਤਰੀ ਜੀਵ ਰੂਪ ਇਸਤਰੀ ਫਿਰ ਪ੍ਰਮਾਤਮਾ ਨੂੰ ਭੁੱਲ ਚੁੱਕੀ ਹੈ ਜੀ, ਤੇ ਮਾਇਆ ਦੇ ਮੋਹ ਵਿੱਚ ਹੀ ਗਲਤਾਨ ਹੋਈ ਹੈ, ਮਾਇਆ ਦੇ ਮੋਹ ਵਿੱਚ ਹੀ ਪਦਾਰਥਾਂ ਨੂੰ ਪਿਆਰੇ ਸਮਝ ਲਿਆ ਜਿਸਨੇ। ਝੂਠੀ ਝੂਠ ਲੱਗੀ ਜੀ ਉਹ ਕੂੜ ਮੁੱਠੀ ਕੂੜਿਆਰੇ। ਉਹ ਝੂਠ ਸੰਸਾਰ ਦੀਆਂ ਚੁਗਲੀ ਨਿੰਦਿਆ ਸੰਸਾਰ ਦੀਆਂ ਗੱਲਾਂ 'ਚ ਲੱਗੀ ਹੋਈ ਹੈ ਜੀ। ਕੂੜ ਮੁੱਠੀ ਕੂੜਿਆਰੇ, ਕੂੜ ਝੂਠ ਦੁਆਰਾ ਲੁੱਟੀ ਗਈ, ਬਰਬਾਦ ਹੋ ਗਈ, ਠੱਗੀ ਗਈ, ਤੇ ਕੂੜਿਆਰੇ ਜਿਹੜਾ ਝੂਠਾ ਹੈ, ਕੂੜ ਝੂਠ ਉਹਦੇ ਵਿੱਚ ਹੀ ਕੂੜਿਆਰ ਬਣ ਗਈ ਹੈ, ਝੂਠੀ ਬਣ ਗਈ। ਉਹ ਵੀ ਝੂਠ ਨਾਲ ਗਲਤਾਨ ਹੋਈ, ਝੂਠ ਰੂਪੀ ਹੋ ਗਈ ਹੈ। ਕੂੜ ਨਿਵਾਰੇ ਗੁਰਮਤ ਸਾਰੇ ਜੁਗਾ ਜਨਮ ਨਾ ਹਾਰੇ। ਜਿਹੜੀ ਗੁਰੂ ਦੀ ਮੱਤ ਸਿੱਖਿਆ ਦੀ ਸਾਰ ਸੰਭਾਲ ਕਰੇ, ਸਾਰ ਕਦਰ ਪਾਵੇ, ਉਹ ਆਪਣੇ ਹਿਰਦੇ ਅੰਦਰੋਂ ਕੂੜ ਨੂੰ ਨਿਵਾਰ ਲੈਂਦੀ ਹੈ, ਦੂਰ ਕਰ ਦਿੰਦੀ ਹੈ, ਤੇ ਉਹ ਵਿਸ਼ਿਆਂ ਵਕਾਰਾਂ ਰੂਪੀ ਜੂਏ ਦੇ ਅੰਦਰ ਆਪਣਾ ਮਨੁੱਖਾ ਦੁਰਲਭ ਜਨਮ ਹਾਰਦੀ ਨਹੀਂ ਹੈ। ਗੁਰ ਸ਼ਬਦ ਸੇਵੇ ਸੱਚ ਸੁਮਾਵੈ। ਜਿਹੜੀ ਗੁਰਾਂ ਦੇ ਸ਼ਬਦ ਨੂੰ ਸੇਵਦੀ ਭਾਵ ਜੀਵਨ ਵਿੱਚ ਧਾਰਨ ਕਰਦੀ ਹੈ। ਗੁਰ ਸ਼ਬਦ ਸੇਵੇ, ਸ਼ਬਦ ਦਾ ਸੇਵਨ ਕਰਨਾ, ਸ਼ਬਦ ਨੂੰ ਹਿਰਦੇ ਧਾਰਨ ਕਰਦੀ ਹੈ, ਉਹ ਸੱਚ ਸਰੂਪ ਪਰਮੇਸ਼ਰ ਵਿੱਚ ਹੀ, ਉਹਦੇ ਨਾਮ ਵਿੱਚ ਹੀ ਸਮਾ ਜਾਂਦੀ ਹੈ। ਉਹ ਆਪਣੇ ਹਿਰਦੇ ਅੰਦਰੋਂ ਗੁਰੂ ਦੇ ਸ਼ਬਦ ਦੇ ਪ੍ਰਤਾਪ ਦੁਆਰਾ ਹੰਗਤਾਂ ਨੂੰ ਜੀ ਮਾਰ ਲੈਂਦੀ ਹੈ। ਹਰ ਕਾ ਨਾਮ ਹਿਰਦੈ ਵਸਾਏ। ਹਰੀ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਕੇ ਰੱਖਦੀ ਹੈ। ਐਸਾ ਕਰੇ ਸ਼ਿੰਗਾਰੋ। ਇਹੋ ਜਿਹਾ ਸ਼ਿੰਗਾਰ ਉਹ ਧਾਰਨ ਕਰਦੀ ਹੈ। ਜਿਵੇਂ ਬਚਨ ਕੀਤਾ ਹੈ, ਭਰਤਾ ਕਹਿ ਸੋ ਮਾਨੀਐ ਇਹੋ ਸ਼ਿੰਗਾਰ ਬਣਾਇਰੀ। ਦੂਜਾ ਭਾਵ ਵਿਸਾਰੀ ਇਹ ਤੰਬੋਲਾ ਖਾਇਰੀ। ਗੁਰ ਕਾ ਸ਼ਬਦ ਕਰ ਦੀਪਕ ਹੋਏ ਸਤ ਕੀ ਸੇਜ ਵਿਛਾਇਰੀ। ਆਠ ਪਹਿਰ ਕਰ ਜੋੜ ਰੋ ਤੋ ਭੇਟੈ ਹਰ ਰਾਇਰੀ। ਨਾਨਕ ਕਾਮਣ ਸਹਿਜ ਸਮਾਣੀ। ਹਜ਼ੂਰ ਫਰਮਾਉਂਦੇ ਨੇ ਕਿ ਉਹ ਮਹਾਤਮਾ ਰੂਪ ਕਾਮਣ ਇਸਤਰੀ ਸਹਿਜ ਗਿਆਨ ਅਵਸਥਾ ਵਿੱਚ, ਮਾਨਸਿਕ ਅਡੋਲਤਾ ਵਾਲੀ ਅਵਸਥਾ ਵਿੱਚ ਸਮਾਈ ਰਹਿੰਦੀ, ਸਹਿਜੇ ਹੀ ਵਾਹਿਗੁਰੂ ਵਿੱਚ ਸਮਾ ਜਾਂਦੀ। ਜਿਸ ਸਾਚਾ ਨਾਮ ਆਧਾਰੋ, ਜਿਸ ਦੇ ਹਿਰਦੇ ਅੰਦਰ ਕੇਵਲ ਸੱਚੇ ਨਾਮ ਦਾ ਹੀ ਆਸਰਾ ਹੈ। ਮਿਲ ਮੇਰੇ ਪ੍ਰੀਤਮਾ ਜੀਓ ਤੁਧ ਬਿਨ ਖਰੀ ਨਿਮਾਣੀ। ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਨ ਦੀ ਇਜਾਜ਼ਤ ਦੱਸ ਰਹੇ ਨੇ ਕਿ ਉਹ ਮਹਾਤਮਾ ਰੂਪ ਸਖੀ ਸਾਧਕ ਪੁਰਖ ਜਗਿਆਸੂ ਸਾਧਕ ਵਾਹਿਗੁਰੂ ਦੇ ਮਿਲਣ ਦੀ ਤਾਂਘ ਵਾਲਿਆਂ 'ਚ ਬੇਨਤੀ ਕਰਦੇ ਨੇ, ਹੇ ਮੇਰੇ ਪ੍ਰੀਤਮ ਪਿਆਰੇ ਪ੍ਰਮਾਤਮਾ ਜੀ ਮਿਲੋ। ਮੈਂ ਜੀਵ ਰੂਪ ਇਸਤਰੀ ਤੁਹਾਡੇ ਤੋਂ ਬਗੈਰ ਖਰੀ ਨਿਮਾਣੀ ਹਾਂ, ਮੇਰਾ ਕੋਈ ਮਾਣ ਤਾਣ ਨਹੀਂ ਹੈ। ਸੋ ਮੈਂ ਚੰਗੀ ਤਰ੍ਹਾਂ ਨਿਮਾਣੀ ਹਾਂ, ਬਿਲਕੁਲ ਨਿਮਾਣੀ ਹਾਂ। ਮੈਂ ਨੈਣੀ ਨੀਂਦ ਨਾ ਆਵੇ ਜੀ ਉਹ ਭਾਵੈ ਨਾ ਪਾਣੀ। ਮੈਂ ਮੇਰੇ ਨੈਣੀ ਨੇਤਰਾਂ 'ਚ ਮੈਨੂੰ ਨੀਂਦ ਨਹੀਂ ਆਉਂਦੀ ਹੈ ਸੱਚੇ ਪਾਤਸ਼ਾਹ, ਤੇ ਮੈਨੂੰ ਅੰਨ ਤੇ ਪਾਣੀ, ਅਨਾਜ ਤੇ ਪਾਣੀ ਚੰਗਾ ਨਹੀਂ ਲੱਗਦਾ। ਨਾ ਖਾਣ ਨੂੰ ਅਨਾਜ ਚੰਗਾ ਲੱਗਦਾ, ਨਾ ਪੀਣ ਨੂੰ ਪਾਣੀ ਚੰਗਾ ਲੱਗਦਾ। ਪਾਣੀ ਅੰਨ ਨਾ ਭਾਵੈ ਮਰੀਐ ਹਾਵੈ। ਹੇ ਸੱਚੇ ਪਾਤਸ਼ਾਹ ਜੀ, ਪਾਣੀ ਅੰਨ ਤੇ ਨਹੀਂ ਪਾਉਂਦਾ ਹੈ, ਤੇ ਉਂਝ ਵੀ ਮੌਤ ਹੁੰਦੀ ਪਈ ਹਾਵਿਆਂ ਤੇ ਹਉਕਿਆਂ 'ਚ। ਬਿਨ ਪਿਰ ਕਿਉ ਸੁਖ ਪਾਈਐ। ਬਿਨਾਂ ਪਿਰ ਪਰਮਾਤਮਾ ਅਕਾਲ ਪੁਰਖ ਜੀ, ਹੇ ਪਤੀ ਜੀ, ਤੁਹਾਡੇ ਮਿਲਾਪ ਤੋਂ ਬਗੈਰ ਕਿਸ ਤਰ੍ਹਾਂ ਸੁਖ ਦੀ ਪ੍ਰਾਪਤੀ ਅਸੀਂ ਕਰ ਸਕਦੇ ਹਾਂ। ਗੁਰ ਆਗਿਆ ਕਰੋ ਬੇਨੰਤੀ ਜੇ ਗੁਰ ਭਾਵੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰੋ ਜੇ ਸਤਿਗੁਰਾਂ ਨੂੰ ਭਾਉਂਦਾ ਹੋਵੇ ਤਾਂ। ਜਿਉ ਮਿਲੈ ਤਿਵੈ ਮਿਲਾਈਐ। ਜਿਵੇਂ ਵੀ ਉਹ ਮਿਲਾ ਸਕਦੇ ਨੇ, ਜਿਵੇਂ ਵੀ ਮਿਲ ਸਕਦਾ ਵਾਹਿਗੁਰੂ, ਤਿਵੇਂ ਉਸੇ ਤਰ੍ਹਾਂ ਹੀ ਮਹਾਰਾਜ ਮਿਲਾ ਲਓ। ਜਿਉ ਮਿਲੈ ਤਿਵੈ ਮਿਲਾਈਐ। ਜਿਸ ਤਰ੍ਹਾਂ ਵੀ ਇਹ ਜੀਵ ਰੂਪ ਇਸਤਰੀ ਮਿਲ ਸਕਦੀ ਹੈ, ਉਸੇ ਤਰ੍ਹਾਂ ਹੀ ਮਿਲਾ ਦਿਓ ਸੱਚੇ ਪਾਤਸ਼ਾਹ। ਆਪੇ ਮੇਲ ਲਏ ਸੁਖ ਦਾਤਾ, ਆਪ ਮਿਲਿਆ ਘਰ ਆਏ। ਦੱਸਦੇ ਹਨ ਸਤਿਗੁਰੂ ਵੱਲੋਂ ਬਚਨ ਕਿ ਉਹ ਸੁੱਖਾਂ ਦਾ ਦਾਤਾ ਪ੍ਰਮਾਤਮਾ ਆਪ ਹੀ ਬਖਸ਼ਿਸ਼ ਕਰਕੇ ਮੇਲ ਲੈਂਦਾ ਹੈ। ਜਿਸ ਨੂੰ ਵੀ ਮਿਲਿਆ ਆਪ ਹੀ ਹਿਰਦੇ ਘਰ 'ਚ ਆ ਕੇ ਮਿਲਿਆ ਹੈ, ਆਪਣੇ ਯਤਨ ਨਾਲ ਨਹੀਂ ਮਿਲਿਆ, ਕਿਸੇ ਜੀਵ ਦੇ ਯਤਨ ਨਾਲ ਨਹੀਂ ਮਿਲਿਆ। ਉਹ ਸੁਖਦਾਤਾ ਪ੍ਰਮਾਤਮਾ ਆਪੇ ਮੇਲ ਲੈਂਦਾ ਹੈ, ਤੇ ਜਿਸ ਨੂੰ ਮਿਲਿਆ ਹਿਰਦੇ ਘਰ 'ਚ ਆ ਗਿਆ ਆਪ ਹੀ ਮਿਲਿਆ ਹੈ। ਨਾਨਕ ਕਾਮਣ ਸਦਾ ਸੁਹਾਗਣ, ਨਾ ਪਿਰ ਮਰੈ ਨਾ ਜਾਏ। ਤੇ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਨੇ, ਭਾਈ ਜਿਹੜੀ ਮਹਾਤਮਾ ਰੂਪ ਕਾਮਣ ਇਸਤਰੀ ਹੈ, ਜਿਸ ਨੂੰ ਮਿਲ ਪਿਆ ਵਾਹਿਗੁਰੂ, ਉਹ ਸਦਾ ਦੀ ਫਿਰ ਸੁਹਾਗਵੰਤੀ ਬਣ ਗਈ ਹੈ, ਕਿਉਂਕਿ ਉਸ ਨੂੰ ਐਸਾ ਪਤੀ ਮਿਲਿਆ ਹੈ ਜੋ ਨਾ ਮਰਦਾ ਹੈ ਤੇ ਨਾ ਸਾਥ ਛੱਡ ਕੇ ਕਿਧਰੇ ਜਾਂਦਾ ਹੈ, ਤੇ ਜਾਏ ਨਾਮ ਜੰਮਣ ਦਾ ਵੀ ਹੈ।
ਜਿਹੜਾ ਨਾ ਮਰਦਾ ਹੈ ਤੇ ਨਾ ਜਨਮ ਲੈਂਦਾ ਹੈ। ਸੋ ਇਸ ਪ੍ਰਕਾਰ ਜਾਏ ਜਾਂਦਾ ਵੀ ਨਹੀਂ ਕਿਤੇ, ਮਰਦਾ ਨਹੀਂ, ਮਰ ਕੇ ਕਿਤੇ ਜਾਂਦਾ ਨਹੀਂ। ਐਸਾ ਸਥਿਰ ਸਦਾ ਰਹਿਣ ਵਾਲਾ ਸੁਹਾਗ ਭਾਗ ਪਤੀ ਉਸ ਨੂੰ ਵਰ ਮਿਲਿਆ ਹੈ, ਤੇ ਉਹ ਜਿਹੜੀ ਕਾਮਣ ਹੈ ਸਦਾ ਵਾਸਤੇ ਸੁਹਾਗਵੰਤੀ ਸੁਹਾਗਣ ਬਣ ਚੁੱਕੀ ਹੈ। ਉਹਨੇ ਹੁਣ ਕਦੇ ਵਿਧਵਾ ਨਹੀਂ ਹੋਣਾ, ਕਦੇ ਰੰਡੀ ਨਹੀਂ ਹੋਣਾ, ਕਦੇ ਉਹਦਾ ਪਤੀ ਤੋਂ ਵਿਛੋੜਾ ਨਹੀਂ ਪੈਣਾ। ਇਸ ਪ੍ਰਕਾਰ ਦੇ ਬਚਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਏ ਹਨ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੋਝੀ ਤੇ ਸਮਤ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।